ਸ੍ਰੀ ਵਾਹਿਗੁਰੂ ਸਾਹਿਬ ਜੀ। ਢੇਸੀ ਜੋਧ ਹੁਸੰਗ ਹੈ, ਗੋਇੰਦ ਗੋਲਾ ਹਸ ਮਿਲੰਦਾ। ਮੋਹਣ ਕੁਕ ਵਖਾਣੀਐ, ਟੁੱਟੇ ਜੋਧੇ ਜਾਮ ਸੁਹੰਦਾ। ਮੰਝ ਪੰਨੂ ਪਰਵਾਨ ਹੈ, ਪੀਰਾਣਾ ਗੁਰ ਭਾਏ ਚਲੰਦਾ। ਹਮ ਜਾ ਜੱਜਾ ਜਾਣੀਐ, ਬਾਲਾ ਮਰਵਾਹਾ ਵਿਗਸੰਦਾ। ਨਿਰਮਲ ਨਾਨੋ ਓ ਹਰੀ, ਨਾਲ ਸੂਰੀ ਚੌਧਰੀ ਰਹੰਦਾ। ਪਰਬਤ ਕਾਲਾ ਮੇਹਰਾ, ਨਾਲ ਨਿਹਾਲੂ ਸੇਵ ਕਰੰਦਾ। ਕੱਕਾ ਕਾਲੋ ਸੂਰਮਾ, ਕਦ ਰਾਮਦਾਸ ਬਚਨ ਮਨੰਦਾ। ਸੇਠ ਸੁਭਾਗਾ ਚੂਹਣੀਯਹੁ, ਆਰੋੜੇ ਭਾਗ ਉਗਵੰਦਾ। ਸਨਮੁਖ ਇਕ ਦੂ ਇਕ ਚੜ੍ਹੰਦਾ, ਸਨਮੁਖ ਇਕ ਦੂ ਇਕ ਚੜ੍ਹੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ, ਦੀਨਾ ਬੰਧੂ ਜੋਤੀ ਸਵੈਰੂਪ। ਦੀਨ ਦੁਨੀ ਦੇ ਮਾਲਕ, ਗੁਰਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਸਰਵਣ ਕਰੀਏ। 11ਵੀਂ ਵਾਰ ਦੇ ਵਿੱਚੋਂ 23ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਨੂੰ ਗੁਰਸਿੱਖਾਂ ਨੇ ਬੇਨਤੀ ਕੀਤੀ, ਭਾਈ ਗੁਰਦਾਸ ਜੀ, ਆਪ ਜੀ ਨੇ ਲੰਮਾ ਸਮਾਂ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਰਹਿ ਕੇ ਬਤੀਤ ਕੀਤਾ ਹੈ। ਹੋਰ ਵੀ ਜਿਹੜੇ ਗੁਰਸਿੱਖ ਤੁਹਾਡੀ ਸਿਮਰਤੀ ਦੇ ਵਿੱਚ, ਤੁਹਾਡੇ ਚੇਤੇ ਵਿੱਚ ਹਨ, ਕਿਰਪਾ ਕਰਕੇ ਸਾਨੂੰ ਉਹਨਾਂ ਗੁਰਸਿੱਖਾਂ ਦੇ ਨਾਮਾਂ ਦੀ ਜਾਣਕਾਰੀ ਦਿਓ। ਸੋ ਭਾਈ ਗੁਰਦਾਸ ਸਾਹਿਬ ਜੀ ਸਤਿਗੁਰੂ ਦੇ ਜਿਹੜੇ ਪਿਆਰੇ ਸਨਮੁਖ ਸਿੱਖ ਸਨ, ਉਹਨਾਂ ਦੇ ਨਾਵਾਂ ਦਾ ਜ਼ਿਕਰ ਕਰ ਰਹੇ ਹਨ। ਢੇਸੀ ਜੋਧ ਹੁਸੰਗ ਹੈ, ਗੋਇੰਦ ਗੋਲਾ ਹਸ ਮਿਲੰਦਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਭਾਈ ਢੇਸੀ ਤੇ ਭਾਈ ਜੋਧ ਇਹ ਹੁਸੰਗੀ ਬ੍ਰਾਹਮਣ ਸਨ। ਗੋਇੰਦ ਗੋਲਾ ਹਸ ਮਿਲੰਦਾ, ਤੇ ਭਾਈ ਗੋਇੰਦ ਜੋ ਇਹਨਾਂ ਦਾ ਗੋਲਾ ਤੋਂ ਭਾਵ ਸੇਵਕ ਸੀ, ਤੇ ਗੁਰਸਿੱਖਾਂ ਨੂੰ ਬਹੁਤ ਪ੍ਰਸੰਨ ਚਿੱਤ ਹੋ ਕੇ ਮਿਲਿਆ ਕਰਦਾ ਸੀ। ਸੋ ਇਹ ਸਾਰੇ ਸਤਿਗੁਰੂ ਦੇ ਸਨਮੁਖ ਸਿੱਖ ਹਨ। ਸੋ ਜਿਨ੍ਹਾਂ ਇਹਨਾਂ ਗੁਰਸਿੱਖਾਂ ਦਾ ਨਾਮ ਭਾਈ ਗੁਰਦਾਸ ਜੀ ਸਾਨੂੰ ਦੱਸ ਰਹੇ ਹੈ, ਇਹਨਾਂ ਗੁਰਸਿੱਖਾਂ ਦੀ ਵਿਸਥਾਰ ਸਹਿਤ ਜੋ ਕਥਾ ਹੈ, ਭਾਈ ਮਨੀ ਸਿੰਘ ਜੀ ਨੇ ਵੀ ਲਿਖੀ ਹੈ।
ਭਾਈ ਮਨੀ ਸਿੰਘ ਅਮਰ ਸ਼ਹੀਦ, ਜਿਨ੍ਹਾਂ ਦਾ ਬੰਦ ਕੱਟਿਆ ਗਿਆ। ਉਹਨਾਂ ਤੋਂ ਬਾਅਦ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਹਨਾਂ ਬਹੁਤੇ ਸਿੱਖਾਂ ਦੀ ਕਥਾ ਦਾ ਜ਼ਿਕਰ ਵਿਸਥਾਰ ਦੇ ਨਾਲ ਕੀਤਾ ਹੈ। ਜੋ ਕਥਾ ਆਪਾਂ ਸ਼ਾਮ ਨੂੰ ਸਰਵਣ ਕਰਦੇ ਹਾਂ ਇਤਿਹਾਸ ਦੀ, ਸੋ ਉਸ ਕਥਾ ਦੇ ਵਿੱਚ ਇਹਨਾਂ ਸਾਰੇ ਗੁਰਸਿੱਖਾਂ ਦਾ ਜ਼ਿਕਰ ਆ ਚੁੱਕਾ ਹੈ। ਇਸ ਲਈ ਬਹੁਤੇ ਵਿਸਥਾਰ ਦੀ ਲੋੜ ਨਹੀਂ ਹੈ, ਦੁਬਾਰਾ ਫਿਰ ਜ਼ਿਕਰ ਆ ਜਾਵੇਗਾ। ਮੋਹਣ ਕੁੱਕ ਵਖਾਣੀਐ, ਟੁੱਟੇ ਜੋਧੇ ਜਾਮ ਸੁਹੰਦਾ। ਭਾਈ ਮੋਹਣ ਇਹ ਕੁੱਕ ਜਾਤੀ ਦੇ ਕਹੇ ਜਾਂਦੇ ਸਨ। ਇਸੇ ਤਰ੍ਹਾਂ ਭਾਈ ਜੋਧ ਤੇ ਭਾਈ ਜਾਮ, ਇਹਨਾਂ ਨੂੰ ਟੁੱਟੇ ਕਿਹਾ ਜਾਂਦਾ ਸੀ। ਭਾਈ ਜੋਧੇ ਤੇ ਭਾਈ ਜਾਮ ਨੂੰ ਅੱਲ ਪੈ ਗਈ ਸੀ ਇਹਨਾਂ ਦੀ ਟੁੱਟੇ, ਕਿਉਂਕਿ ਸਰੀਰ ਜਿਹੜਾ ਇਹਨਾਂ ਦਾ ਨਾ ਚੰਗਾ ਭਰਵਾਂ ਸੀ, ਮੋਟੇ ਤਾਜੇ ਤਾਕਤਵਰ ਸ਼ੋਭਾ ਵਾਲੇ ਸਨ, ਇਸ ਲਈ ਇਹਨਾਂ ਨੂੰ ਟੁੱਟੇ ਕਹਿੰਦੇ ਸੀ ਸਾਰੇ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਭਾਈ ਜੋਧਾ ਤੇ ਭਾਈ ਜਾਮ ਸੁਹੰਦਾ ਸ਼ੋਭਨੀਕ, ਚੰਗੇ ਵੱਡੇ ਸਰੀਰ ਵਾਲੇ ਔਰ ਮੋਟੇ ਤਾਜੇ ਸਨ, ਟੁੱਟੇ ਇਹਨਾਂ ਨੂੰ ਕਿਹਾ ਜਾਂਦਾ ਸੀ। ਮੰਝ ਪੰਨੂ ਪਰਵਾਨ ਹੈ, ਪੀਰਾਣਾ ਗੁਰ ਭਾਏ ਚਲੰਦਾ। ਭਾਈ ਮੰਝ, ਭਾਈ ਪੰਨੂ ਤੇ ਭਾਈ ਪਿਰਾਣਾ ਇਹ ਪ੍ਰਮਾਣਿਕ ਗੁਰੂ ਕੇ ਸਿੱਖ ਹੋਏ ਹੈ। ਗੁਰੂ ਸਾਹਿਬ ਦੇ ਹੁਕਮ ਦੇ ਵਿੱਚ, ਗੁਰੂ ਦੀ ਰਜ਼ਾ ਦੇ ਵਿੱਚ ਇਹ ਚੱਲਣ ਵਾਲੇ ਸਿੱਖ ਸੀ। ਭਾਈ ਮੰਝ ਜੀ ਦੀ ਕਥਾ ਤਾਂ ਬਹੁਤ ਪ੍ਰਸਿੱਧ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸੇਵਾ ਕੀਤੀ ਤੇ ਮਹਾਰਾਜ ਜੀ ਬਹੁਤ ਪ੍ਰਸੰਨ ਹੋਏ ਸਨ। ਦੁਆਬੇ ਦੇ ਵਿੱਚ ਇਹਨਾਂ ਦਾ ਨਗਰ ਸੀ। ਭਾਈ ਮੰਝ ਜੀ ਦਾ ਅਸਲ ਨਾਮ ਸੀ ਭਾਈ ਤੀਰਥਾ, ਪਰ ਉਹਨਾਂ ਦੀ ਜਾਤ ਕਰਕੇ ਹੀ ਇਹ ਨਾਮ ਮਸ਼ਹੂਰ ਹੋਇਆ ਭਾਈ ਮੰਝ। ਪਹਿਲੋਂ ਸੁਲਤਾਨ ਦੇ ਸਖੀ ਸਰਵਰ ਦੇ ਪੁਜਾਰੀ ਸਨ, ਸਰਵਰ ਨੂੰ ਮੰਨਦੇ ਸੀ। ਇੱਕ ਵਾਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਆਏ, ਕਿਉਂਕਿ ਸਤਿਗੁਰੂ ਦੀ ਮਹਿਮਾ ਬੜੀ ਸੁਣੀ ਸੀ। ਮਹਾਰਾਜ ਦੇ ਦਰਸ਼ਨ ਕੀਤੇ। ਜਦੋਂ ਸਤਿਗੁਰੂ ਦਾ ਸ਼ਬਦ ਸੁਣਿਆ, ਸੰਗਤਾਂ ਭਾਵਨਾ ਦੇ ਨਾਲ ਸੇਵਾ ਕਰਦੀਆਂ ਦੇਖੀਆਂ, ਲੰਗਰ ਚੱਲਦਾ ਵੇਖਿਆ, ਤਾਂ ਸਤਿਗੁਰੂ ਅਰਜਨ ਦੇਵ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ। ਭਾਈ ਮੰਝ ਨੇ, ਸਤਿਗੁਰੂ ਮੈਨੂੰ ਵੀ ਸਿੱਖੀ ਦੀ ਦਾਤ ਬਖਸ਼ੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਕੀਤਾ, ਭਾਈ ਮੰਝ ਸਿੱਖੀ ਕਮਾਉਣੀ ਬੜੀ ਔਖੀ ਹੈ। ਸਿੱਖੀ ਖੰਡਿਓਂ ਤਿੱਖੀ ਹੈ, ਖੰਡੇ ਦੀ ਧਾਰ ਦੇ ਉੱਤੇ ਚੱਲਣ ਵਾਲੀ ਗੱਲ ਹੈ, ਕਮਾਈ ਨਹੀਂ ਜਾਣੀ। ਭਾਈ ਮੰਝ ਕਹਿੰਦਾ, ਮਹਾਰਾਜ ਤੁਹਾਡੀ ਮਿਹਰ ਹੋਵੇ ਤਾਂ ਮੈਂ ਸਿੱਖੀ ਕਮਾ ਲਵਾਂਗਾ। ਪਾਤਸ਼ਾਹ ਨੇ ਦੂਜਾ ਬਚਨ ਕੀਤਾ, ਭਾਈ ਮੰਝ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ। ਕਹਿੰਦਾ, ਮਹਾਰਾਜ ਮੈਂ ਸਮਝਿਆ ਨਹੀਂ, ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ। ਪਾਤਸ਼ਾਹ ਕਹਿੰਦੇ, ਤੂੰ ਤਾਂ ਸਰਵਰ ਨੂੰ ਮੰਨਦਾ ਹੈ ਤੇ ਘਰ ਦੇ ਵਿੱਚ ਉਹ ਪੀਰਖਾਨਾ ਬਣਾ ਕੇ, ਥਾਂ ਬਣਾ ਕੇ ਉਹਨੂੰ ਮੱਥਾ ਟੇਕਦਾ ਹੈ। ਸਿੱਖੀ ਵਿੱਚ ਇਹ ਸਾਰਾ ਕੁਝ ਮਨ੍ਹਾ ਹੈ। ਕਬਰਾਂ, ਮੜੀਆਂ, ਮਸਾਣੀਆਂ, ਮੱਠਾਂ ਨੂੰ ਪੂਜਣਾ ਇਹ ਮਨ੍ਹਾ ਹੈ। ਮਹਾਰਾਜ ਕਹਿੰਦੇ, ਪਹਿਲੋਂ ਜਿਹੜਾ ਘਰੇ ਉਹ ਥਾਂ ਬਣਾਇਆ ਨਾ ਪੀਰਖਾਨਾ, ਉਹ ਢਾਹ ਕੇ ਆ ਤੇ ਫਿਰ ਤੈਨੂੰ ਸਿੱਖੀ ਦੀ ਦਾਤ ਬਖਸ਼ਾਂਗੇ। ਭਾਈ ਮੰਝ ਘਰੇ ਗਿਆ, ਜਿਹੜਾ ਪੀਰਖਾਨਾ ਛੋਟਾ ਜਿਹਾ ਥਾਂ ਬਣਾਇਆ ਸੀ ਘਰੇ, ਉਹ ਢਾਹ ਦਿੱਤਾ। ਮਹਾਰਾਜ ਦੇ ਕੋਲ ਆਇਆ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਗੁਰਸਿੱਖੀ ਦੀ ਦਾਤ ਬਖਸ਼ੀ, ਚਰਨ ਪਾਹੁਲ ਬਖਸ਼ਿਸ਼ ਕੀਤੀ, ਨਾਮਦਾਨ ਦੀਆਂ ਦਾਤਾਂ ਬਖਸ਼ੀਆਂ, ਨਿਹਾਲ ਕੀਤਾ ਤੇ ਨਾਲ ਬਚਨ ਕੀਤਾ, ਭਾਈ ਮੰਝ ਹੁਣ ਸਿੱਖੀ ਕਮਾ ਲਵੀਂ।
ਭਾਈ ਮੰਝ ਵਾਪਸ ਆਇਆ। ਹੁਣ ਨਿਤ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਾਮ ਜਪਦਾ ਹੈ, ਬਾਣੀ ਪੜ੍ਹਦਾ ਹੈ। ਉਧਰ ਸਤਿਗੁਰੂ ਮਹਾਰਾਜ ਜੀ ਨੇ ਪਰਖਣਾ ਕਰਨੀ ਸੀ। ਸਤਿਗੁਰੂ ਨੇ ਪਰਖ ਵਿੱਚ ਪਾ ਦਿੱਤਾ। ਹੋਇਆ ਕਿ ਐਸਤਾ ਐਸਤਾ ਜੋ ਮਾਲ ਡੰਗਰ ਪਸ਼ੂ ਇਤਿਆਦਿਕ ਸੀ ਮਰ ਗਏ। ਘਰ ਦੇ ਵਿੱਚੋਂ ਧਨ ਉੱਡ ਗਿਆ। ਪਿੰਡ ਦੀ ਚੌਧਰ ਉਹ ਵੀ ਜਾਂਦੀ ਰਹੀ। ਆਂਢੀ ਗੁਆਂਢੀ ਪਿੰਡ ਦੇ ਲੋਕ ਕਹਿੰਦੇ ਵੀ ਇਹਦੇ ਤੇ ਪੀਰ ਗੁੱਸੇ ਹੋ ਗਿਆ, ਇਹਨੇ ਉਹਦਾ ਥਾਂ ਢਾਹ ਦਿੱਤਾ, ਘਰੇ ਬਣਾਇਆ ਸੀ। ਬੜੇ ਲੋਕ ਆਏ, ਕਿਹਾ ਵੀ ਭਾਈ ਮੰਝ ਤੇਰੇ ਤੇ ਪੀਰ ਦੀ ਕਰੋਪੀ ਹੋ ਗਈ, ਤੂੰ ਫਿਰ ਦੁਬਾਰਾ ਉਹ ਥਾਂ ਬਣਾ ਕੇ ਤੇ ਉਹਨੂੰ ਮੰਨਣਾ ਸ਼ੁਰੂ ਕਰ ਦੇ। ਭਾਈ ਮੰਝ ਕਹਿੰਦਾ ਨਹੀਂ, ਹੁਣ ਤਾਂ ਮੈਂ ਸਤਿਗੁਰੂ ਦੀ ਸਿੱਖੀ ਧਾਰਨ ਕੀਤੀ ਹੈ, ਜੋ ਮਰਜ਼ੀ ਹੋ ਜਾਵੇ, ਹੁਣ ਨਹੀਂ ਮੈਂ ਕਿਸੇ ਹੋਰ ਨੂੰ ਮੰਨਣਾ। ਅਖੀਰ ਪਿੰਡ ਵਾਲਿਆਂ ਨੇ ਭਾਈ ਮੰਝ ਨੂੰ ਪਿੰਡ ਤੋਂ ਬਾਹਰ ਵੀ ਕੱਢ ਦਿੱਤਾ। ਪਿੰਡ ਸਾਰਾ ਸਰਵਰੀਆਂ ਦਾ ਸੀ ਤੇ ਭਾਈ ਮੰਝ ਪਿੰਡੋਂ ਬਾਹਰ ਆ ਗਏ, ਕਿਸੇ ਹੋਰ ਪਿੰਡ ਰਹਿਣ ਲੱਗ ਪਏ। ਘਾਹ ਖੋਤਣਾ, ਉਹ ਘਾਹ ਵੇਚ ਕੇ ਤੇ ਫਿਰ ਆਪਣਾ ਗੁਜ਼ਾਰਾ ਕਰਨਾ। ਇੱਧਰੋਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਮੇਵੜੇ ਸਿੱਖ ਨੂੰ ਭੇਜਿਆ, ਹੁਕਮਨਾਮਾ ਦੇ ਕੇ ਵੀ ਆਹ ਸਾਡਾ ਹੁਕਮਨਾਮਾ ਭਾਈ ਮੰਝ ਨੂੰ ਦੇਣਾ ਹੈ, ਤੇ ਨਾਲ ਸ਼ਰਤ ਰੱਖੀ ਹੁਕਮਨਾਮਾ ਦੇਣ ਤੋਂ ਪਹਿਲਾਂ ਉਹਦੇ ਤੋਂ 21 ਰੁਪਈਏ ਲੈਣੇ ਹੈ। ਸਿੱਖ ਆਇਆ, ਭਾਈ ਮੰਝ ਨੂੰ ਮਿਲਿਆ। ਭਾਈ ਮੰਝ ਨੇ ਪੈਰੀਂ ਪਵਣਾ ਕਿਹਾ ਤੇ ਬੜੇ ਸਤਿਕਾਰ ਦੇ ਨਾਲ ਉਸ ਸਿੱਖ ਨੂੰ ਜਿਉ ਆਇਆ ਕਿਹਾ। ਤੇ ਸਿੱਖ ਨੇ ਕਿਹਾ, ਭਾਈ ਮੰਝ ਗੁਰੂ ਅਰਜਨ ਦੇਵ ਜੀ ਦਾ ਹੁਕਮਨਾਮਾ ਆਇਆ ਹੈ। ਸਤਿਗੁਰੂ ਨੇ ਇਹ ਬਚਨ ਕਿਹਾ ਹੈ, 21 ਰੁਪਏ ਦੇ ਕੇ ਇਹ ਹੁਕਮਨਾਮਾ ਭਾਈ ਮੰਝ ਨੂੰ ਦੇਣਾ ਹੈ। ਹੁਣ ਇਹਨੇ ਪੈਸੇ ਨਹੀਂ ਸਨ। ਆਪਣੀ ਘਰਵਾਲੀ ਦੇ ਨਾਲ ਗੱਲਬਾਤ ਕੀਤੀ, ਪਰ ਸਤਿਗੁਰੂ ਦਾ ਹੁਕਮਨਾਮਾ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਸੀ, ਇਹ ਪਰਖ ਸੀ। ਤਾਂ ਭਾਈ ਮੰਝ ਦੀ ਘਰਵਾਲੀ ਨੇ ਕਿਹਾ ਵੀ ਨੇੜੇ ਸਰਦਾਰ ਆਪਣੀ ਧੀ ਦਾ ਰਿਸ਼ਤਾ ਮੰਗਦੇ ਸਨ, ਜੇ ਆਪਾਂ ਧੀ ਦਾ ਰਿਸ਼ਤਾ ਉਸ ਘਰੇ ਕਰ ਦਈਏ ਤੇ ਉਹਨਾਂ ਤੋਂ ਜੇ ਮਾਇਆ ਪ੍ਰਾਪਤ ਹੋ ਜਾਏ ਤੇ ਹੁਕਮਨਾਮਾ ਸਤਿਗੁਰੂ ਦਾ ਆਪਾਂ ਲੈ ਲਵਾਂਗੇ। ਆਪਣੀ ਧੀ ਦਾ ਰਿਸ਼ਤਾ ਸ਼ਾਹੂਕਾਰਾਂ ਦੇ ਘਰ ਸੀ। ਉਹ ਪਹਿਲਾਂ ਉਹਨਾਂ ਗੱਲਬਾਤ ਕੀਤੀ ਸੀ ਵੀ ਧੀ ਦਾ ਰਿਸ਼ਤਾ ਕਰ ਦਿਓ, ਪਰ ਹੁਣ ਆਪੂ ਕਹਿਣਾ ਪਿਆ ਕਿ ਅਸੀਂ ਧੀ ਦਾ ਰਿਸ਼ਤਾ ਕਰਦੇ ਹਾਂ। ਸੋ ਧੀ ਦਾ ਰਿਸ਼ਤਾ ਉਹਨਾਂ ਸ਼ਾਹੂਕਾਰਾਂ ਦੇ ਘਰੇ ਕਰਕੇ 21 ਰੁਪਏ ਲੈ ਕੇ ਉਸ ਮੇਵੜੇ ਸਿੱਖ ਨੂੰ ਦੇ ਕੇ ਸਤਿਗੁਰੂ ਦਾ ਹੁਕਮਨਾਮਾ ਪ੍ਰਾਪਤ ਕੀਤਾ, ਆਪਣੇ ਸੀਸ ਤੇ ਰੱਖਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮਨਾਮਾ ਖੋਲ੍ਹ ਕੇ ਪੜ੍ਹਿਆ। ਉਹਦੇ ਵਿੱਚ ਲਿਖਿਆ ਸੀ, ਭਾਈ ਮੰਝ ਤੈਨੂੰ ਨਾਮ ਚੇਤੇ ਆਵੇ। ਭਾਈ ਮੰਝ ਪ੍ਰਸੰਨ ਹੋਇਆ, ਸਿੱਖ ਦੀ ਸੇਵਾ ਕੀਤੀ, ਪ੍ਰਸ਼ਾਦਾ ਛਕਾਇਆ, ਸਿੱਖ ਵਾਪਸ ਚਲਿਆ ਗਿਆ। ਭਾਈ ਮੰਝ ਉਸੇ ਤਰ੍ਹਾਂ ਘਾਹ ਖੋਦ ਕੇ ਲੈ ਕੇ ਆਉਣਾ, ਵੇਚਣਾ, ਗੁਜ਼ਾਰਾ ਕਰਨਾ। ਦੂਜੀ ਵਾਰ ਫੇਰ ਮਹਾਰਾਜ ਜੀ ਨੇ ਮੇਵੜੇ ਸਿੱਖ ਨੂੰ ਭੇਜਿਆ ਹੁਕਮਨਾਮਾ ਦੇ ਕੇ, ਤੇ ਉਹੀ ਸ਼ਰਤ ਰੱਖੀ ਕਿ 21 ਰੁਪਏ ਪਹਿਲਾਂ ਪ੍ਰਾਪਤ ਕਰਨੇ। ਦੂਜੀ ਵਾਰ ਜਦੋਂ ਹੁਣ ਹੁਕਮਨਾਮਾ ਆਇਆ, ਭਾਈ ਮੰਝ ਨੇ ਆਏ ਹੋਏ ਮੇਵੜੇ ਸਿੱਖ ਦੀ ਬੜੀ ਭਾਵਨਾ ਦੇ ਨਾਲ ਸੇਵਾ ਕੀਤੀ। ਤੇ ਉਸ ਮੇਵੜੇ ਸਿੱਖ ਨੇ ਕਿਹਾ, ਮਹਾਰਾਜ ਦਾ ਹੁਕਮ ਹੈ ਕਿ 21 ਰੁਪਏ ਦੇ ਕੇ ਤੂੰ ਇਹ ਹੁਕਮਨਾਮਾ ਪ੍ਰਾਪਤ ਕਰ। ਫਿਰ ਘਰਵਾਲੀ ਨਾਲ ਸਲਾਹ ਮਸ਼ਵਰਾ ਕੀਤਾ ਵੀ ਹੁਣ ਕੀ ਕਰੀਏ, ਕੋਈ ਪੈਸੇ ਤੇ ਹੈ ਨਹੀਂ ਘਰੇ। ਤੇ ਉਹਦੀ ਘਰਵਾਲੀ ਨੇ ਕਿਹਾ ਵੀ ਮੈਂ ਕਿਸੇ ਅਮੀਰਾਂ ਦੇ ਘਰ ਦੇ ਵਿੱਚ ਕੰਮ ਕਰਨ ਵਾਸਤੇ ਗੱਲਬਾਤ ਕਰਦੀ ਹਾਂ ਵੀ ਇੰਨੇ ਮਹੀਨੇ ਕੰਮ ਕਰਾਂਗੀ ਤੇ ਸਾਨੂੰ ਇਸ ਤਰ੍ਹਾਂ ਮਾਇਆ ਪਹਿਲਾਂ ਚਾਹੀਦੀ ਹੈ ਤੇ ਪੈਸੇ ਦੇ ਦਿਓ। ਇਹ ਇੱਕ ਹਿਸਾਬ ਦਾ ਆਪਣਾ ਆਪ ਗਹਿਣੇ ਰੱਖਣਾ ਹੁੰਦਾ ਹੈ। ਪੁਰਾਣੇ ਸਮੇਂ ਵਿੱਚ ਇਸ ਤਰ੍ਹਾਂ ਬਹੁਤ ਹੁੰਦਾ ਸੀ ਤੇ ਲੋਕ ਵੀ ਜ਼ੁਬਾਨ ਦੇ ਪੱਕੇ ਸੀ ਔਰ ਲੋਕ ਭਰੋਸਾ ਕਰਦੇ ਸੀ। ਜਿੰਨੀ ਮਾਇਆ ਪ੍ਰਾਪਤ ਕਰਨੀ, ਸਮਾਂ ਨਿਯਤ ਹੁੰਦਾ ਸੀ 6 ਮਹੀਨੇ, ਸਾਲ, ਵੀ ਇੰਨਾ ਚਿਰ ਕੰਮ ਕਰਨਾ ਪਏਗਾ ਤੇ ਮਾਇਆ ਲੈ ਲਓ। ਭਾਈ ਮੰਝ ਉਹਦੀ ਘਰਵਾਲੀ ਨੇ ਆਪਣਾ ਆਪ ਗਹਿਣੇ ਰੱਖ ਦਿੱਤਾ ਤੇ ਉਹਨਾਂ ਅਮੀਰਾਂ ਦੇ ਘਰੇ ਕੰਮ ਕਰਨ ਵਾਸਤੇ ਸਮਾਂ ਮਿਥ ਲਿਆ
ਔਰ ਮਾਇਆ ਦੀ ਮੰਗ ਕੀਤੀ। ਉਹਨਾਂ ਪੈਸੇ ਦੇ ਦਿੱਤੇ। ਭਾਈ ਮੰਝ ਨੇ ਮਹਾਰਾਜ ਦਾ ਹੁਕਮਨਾਮਾ ਪ੍ਰਾਪਤ ਕੀਤਾ ਅਤੇ ਸਤਿਗੁਰੂ ਨੇ ਹੁਕਮਨਾਮੇ ਦੇ ਵਿੱਚ ਭਾਈ ਮੰਝ ਨੂੰ ਆਪਣੇ ਕੋਲ ਸੱਦਿਆ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ। ਭਾਈ ਮੰਝ ਪ੍ਰਸੰਨ ਹੋ ਗਿਆ, ਪਾਤਸ਼ਾਹ ਦੇ ਦਰਬਾਰ ਪੁੱਜਾ, ਸਤਿਗੁਰੂ ਨੂੰ ਨਮਸਕਾਰ ਕੀਤੀ। ਮਹਾਰਾਜ ਨੇ ਕੋਈ ਰੁਖ ਨਹੀਂ ਕੀਤਾ, ਧਿਆਨ ਹੀ ਨਹੀਂ ਦਿੱਤਾ। ਇਹ ਵੀ ਪਰਖਣਾ ਸੀ। ਭਾਈ ਮੰਝ ਸੇਵਾ ਕਰਨ ਲੱਗ ਪਿਆ, ਲੰਗਰ ਵਿੱਚ ਸੇਵਾ ਕਰਦਾ ਹੈ। ਬਾਹਰੋਂ ਲੱਕੜਾਂ ਲੈ ਕੇ ਆਉਂਦਾ ਹੈ ਇੱਕ ਪੰਡ ਰੋਜ਼ ਗੁਰੂ ਕੇ ਲੰਗਰਾਂ ਵਾਸਤੇ। ਇੱਕ ਦਿਨ ਸੁਭਾਵਿਕ ਇੱਕ ਸਿੱਖ ਨੂੰ ਸਤਿਗੁਰੂ ਨੇ ਪੁੱਛਿਆ ਵੀ ਜਿਹੜਾ ਭਾਈ ਮੰਝ ਆਇਆ ਕੀ ਕਰਦਾ ਹੈ? ਸਿੱਖਾਂ ਕਿਹਾ ਮਹਾਰਾਜ ਲੰਗਰ ਦੀ ਸੇਵਾ ਕਰਦਾ ਹੈ। ਅੱਛਾ, ਪ੍ਰਸ਼ਾਦਾ ਕਿੱਥੋਂ ਛਕਦਾ ਹੈ? ਸਤਿਗੁਰੂ ਆਪ ਜੀ ਦੇ ਲੰਗਰ ਵਿੱਚੋਂ। ਮਹਾਰਾਜ ਕਹਿੰਦੇ ਇਹ ਕਾਹਦੀ ਸੇਵਾ ਹੋਈ? ਇਹ ਤਾਂ ਮਜ਼ਦੂਰੀ ਹੋਈ। ਲੱਕੜਾਂ ਦੀ ਪੰਡ ਲੈ ਆਂਦੀ ਅਤੇ ਲੰਗਰ 'ਚੋਂ ਪ੍ਰਸ਼ਾਦਾ ਛਕ ਲਿਆ। ਉਸ ਤੋਂ ਬਾਅਦ ਫਿਰ ਭਾਈ ਮੰਝ 2 ਭਾਰ ਲੱਕੜਾਂ ਦੇ ਲੈ ਕੇ ਆਉਣ ਲੱਗ ਪਏ, 2 ਪੰਡਾਂ। ਇੱਕ ਗੁਰੂ ਕੇ ਲੰਗਰਾਂ ਦੇ ਵਿੱਚ ਲੱਕੜਾਂ ਦੀ ਪੰਡ ਪਾਉਣੀ ਅਤੇ ਦੂਜੀ ਪੰਡ ਬਾਹਰ ਵੇਚ ਕੇ ਫਿਰ ਪ੍ਰਸ਼ਾਦ ਛਕਣਾ। ਸਮਾਂ ਇਸੇ ਤਰ੍ਹਾਂ ਚੱਲਦਾ ਗਿਆ। ਇੱਕ ਵਾਰ ਸ਼ਾਮ ਦਾ ਵੇਲਾ ਲੱਕੜਾਂ ਲੈਣ ਗਏ ਜੰਗਲ ਵਿੱਚ, ਅਤੇ ਲੱਕੜਾਂ ਦੀ ਪੰਡ ਬੰਨ੍ਹ ਕੇ ਜਦੋਂ ਵਾਪਸ ਤੁਰਨ ਲੱਗੇ ਤੇਜ਼ ਹਨੇਰੀ ਝੱਖੜ ਆ ਗਿਆ। ਅਤੇ ਜੰਗਲ ਦੇ ਵਿੱਚ ਹੀ ਉੱਥੇ ਇੱਕ ਪੁਰਾਣਾ ਖੂਹ ਸੀ, ਉਹਦੇ ਉੱਤੇ ਮਣ ਇਤਿਆਦਿਕ ਨਹੀਂ ਸੀ ਬੱਝਾ ਹੋਇਆ। ਅਤੇ ਭਾਈ ਮੰਝ ਸਿਰ 'ਤੇ ਪੰਡ ਰੱਖੀ ਹੈ। ਤੁਹਾਨੂੰ ਪਤਾ ਜਦੋਂ ਤੇਜ਼ ਝੱਖੜ ਅਤੇ ਹਵਾ ਹੋਵੇ ਅਤੇ ਫਿਰ ਪੰਡ ਸਿਰ 'ਤੇ ਰੱਖੀ, ਹਵਾ ਜ਼ੋਰ ਦੇ ਨਾਲ ਹੀ ਖਿੱਚ ਕੇ ਲੈ ਜਾਂਦੀ ਹੈ ਬੰਦੇ ਨੂੰ ਦੂਜੇ ਪਾਸੇ। ਭਾਈ ਮੰਝ ਖੂਹ ਵਿੱਚ ਡਿੱਗ ਗਏ। ਪਾਣੀ ਥੋੜ੍ਹਾ ਸੀ ਉਹਦੇ ਵਿੱਚ, ਬਹੁਤਾ ਨਹੀਂ ਸੀ, ਪੁਰਾਣਾ ਖੂਹ ਸੀ, ਪਰ ਫਿਰ ਵੀ ਸੰਭਲੇ, ਪੰਡ ਸਿਰ ਤੋਂ ਨਾ ਡਿੱਗਣ ਦਿੱਤੀ ਭਾਈ ਮੰਝ ਨੇ। ਪਾਣੀ ਵੀ ਉਦੋਂ ਬਹੁਤੇ ਡੂੰਘੇ ਨਹੀਂ ਸੀ ਹੋਇਆ ਕਰਦੇ। ਭਾਈ ਮੰਝ ਖੂਹ ਵਿੱਚ ਡਿੱਗ ਗਿਆ। ਸਤਿਗੁਰੂ ਦਾ ਜਾਪ ਜਪਦਾ ਹੈ, ਬਾਲਣ ਦੀ ਪੰਡ ਸਿਰ ਤੋਂ ਹੇਠਾਂ ਨਹੀਂ ਡਿੱਗਣ ਦਿੱਤੀ। ਇੱਧਰ ਅੰਤਰਜਾਮੀ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਮੰਜੀ ਸਾਹਿਬ ਹੈ ਨਾ, ਇੱਥੇ ਸਤਿਗੁਰੂ ਜੀ ਦੀਵਾਨ ਸਜਾ ਕੇ ਬੈਠੇ ਸਨ। ਅੰਤਰਜਾਮੀ ਸਤਿਗੁਰੂ ਨੂੰ ਪਤਾ ਲੱਗਾ ਮਹਾਰਾਜ ਤੇਜ਼ੀ ਦੇ ਨਾਲ, ਸਤਿਗੁਰੂ ਨੇ ਜੋੜਾ ਵੀ ਨਹੀਂ ਪਾਇਆ, ਪਾਤਸ਼ਾਹ ਦੌੜਦੇ ਆਏ ਹੈ। ਗੁਰੂ ਕੇ ਸਿੱਖ ਸਤਿਗੁਰੂ ਦਾ ਜੋੜਾ ਲੈ ਕੇ, ਘੋੜਾ ਲੈ ਕਰਕੇ ਪਿੱਛੇ ਆਏ। ਮਹਾਰਾਜ ਨੇ ਸਿੱਖਾਂ ਨੂੰ ਕਿਹਾ ਭਾਈ ਲੱਜਾਂ ਲੈ ਕੇ ਆਓ, ਰੱਸੀਆਂ, ਰੱਸੇ ਲਿਆਓ। ਅਤੇ ਮਹਾਰਾਜ ਤੇਜ਼ ਦੌੜਦੇ ਹੋਏ ਜਿੱਥੇ ਭਾਈ ਮੰਝ ਖੂਹ ਵਿੱਚ ਡਿੱਗਾ ਸੀ ਉੱਥੇ ਆਏ। ਆਵਾਜ਼ ਦਿੱਤੀ, ਤੂੰ ਕੌਣ ਹੈ? ਖੂਹ 'ਚੋਂ ਆਵਾਜ਼ ਆਈ, ਮੈਂ ਗੁਰੂ ਕਾ ਸਿੱਖ ਹਾਂ। ਆ ਲੈ ਫੜ ਰੱਸੀ, ਪੰਡ ਸੁੱਟ ਦੇ ਅਤੇ ਉਤਾਂ ਆ। ਅਤੇ ਹੇਠੋਂ ਖੂਹ ਵਿੱਚੋਂ ਆਵਾਜ਼ ਆਈ, ਨਹੀਂ ਇਹ ਲੱਕੜਾਂ ਗੁਰੂ ਕੇ ਲੰਗਰ ਵਾਸਤੇ ਹਨ, ਪਹਿਲੋਂ ਲੱਕੜਾਂ ਦੀ ਪੰਡ ਬਾਹਰ ਕੱਢੋ, ਇਹ ਗਿੱਲੀਆਂ ਨਾ ਹੋ ਜਾਣ, ਮੈਂ ਫਿਰ ਬਾਅਦ ਵਿੱਚ ਆਵਾਂਗਾ। ਪਹਿਲਾਂ ਉਹ ਲੱਕੜਾਂ ਦੀ ਪੰਡ ਬਾਹਰ ਕੱਢੀ ਗਈ। ਉਸ ਤੋਂ ਬਾਅਦ ਭਾਈ ਮੰਝ ਨੂੰ ਖੂਹ ਵਿੱਚੋਂ ਬਾਹਰ ਕੱਢਿਆ। ਕੀ ਵੇਖਦਾ ਹੈ ਭਾਈ ਮੰਝ? ਦੀਨ ਦੁਨੀ ਦੇ ਮਾਲਕ ਪ੍ਰਤੱਖ ਹਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪ ਲੈਣ ਆਏ। ਉਸੇ ਵੇਲੇ ਸਤਿਗੁਰੂ ਮਹਾਰਾਜ ਦੇ ਚਰਨਾਂ 'ਤੇ ਡਿੱਗ ਗਏ, ਮਸਤਕ ਹਜ਼ੂਰ ਦੇ ਚਰਨਾਂ 'ਤੇ ਰੱਖਿਆ। ਸਤਿਗੁਰੂ ਪਾਤਸ਼ਾਹ ਨੇ ਭਾਈ ਮੰਝ ਨੂੰ ਆਪਣੀ ਗਲਵਕੜੀ ਵਿੱਚ ਲੈ ਲਿਆ। ਮਹਾਰਾਜ ਤਰੁੱਠੇ ਪ੍ਰਸੰਨ ਹੋਏ ਅਤੇ ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਬਚਨ ਕੀਤਾ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਮਹਾਰਾਜ ਕਹਿੰਦੇ ਸਾਨੂੰ ਇਹ ਪਿਆਰਾ ਹੈ ਸਿੱਖ, ਇਹ ਤਾਂ ਹੁਣ ਬੋਹਿਤ ਹੈ ਜਹਾਜ਼, ਜਿਹੜੇ ਇਹਦੀ ਸੰਗਤ ਕਰਨਗੇ ਉਹ ਵੀ ਸੰਸਾਰ ਭੌਜਲ ਤੋਂ ਤਰ ਜਾਣਗੇ। ਪਾਤਸ਼ਾਹ ਨੇ ਕੁਝ ਮੰਗਣ ਵਾਸਤੇ ਕਿਹਾ। ਭਾਈ ਮੰਝ ਨੇ ਕਿਹਾ ਬਸ ਸਤਿਗੁਰੂ ਆਪ ਜੀ ਦਾ ਨਾਮ ਮੈਨੂੰ ਸਦਾ ਚੇਤੇ ਆਵੇ। ਮਹਾਰਾਜ ਨੇ ਕਿਹਾ ਭਾਈ ਮੰਝ ਕੁਝ ਹੋਰ ਮੰਗ। ਕਹਿੰਦੇ ਸਤਿਗੁਰੂ ਮੇਰੇ ਮਨ ਵਿੱਚ ਮੰਗਣ ਦੀ ਇੱਛਾ ਨਾ ਰਹੇ। ਪਾਤਸ਼ਾਹ ਜੀ ਕਹਿੰਦੇ ਹੋਰ ਮੰਗ ਲੈ। ਜਦੋਂ ਵਾਰ-ਵਾਰ ਹਜ਼ੂਰ ਨੇ ਕਿਹਾ ਭਾਈ ਮੰਝ ਕਹਿੰਦੇ ਮਹਾਰਾਜ ਕਲਯੁਗ ਦਾ ਸਮਾਂ ਬੜਾ ਭਿਆਨਕ ਹੈ, ਜਿੰਨੀ ਮੇਰੀ ਪਰਖ ਕੀਤੀ ਹੈ ਨਾ ਕਿਸੇ ਹੋਰ ਸਿੱਖ ਦੀ ਪਰਖ ਨਾ ਕਰਿਓ। ਮੰਗਿਆ ਵੀ ਉਹ ਆਪਣੇ ਵਾਸਤੇ ਨਹੀਂ, ਹੋਰ ਗੁਰਸਿੱਖਾਂ ਵਾਸਤੇ ਵੀ ਮਹਾਰਾਜ
ਕੋਈ ਵਿਰਲਾ ਟਾਵਾਂ ਹੀ ਫਿਰ ਇਸ ਪਰਖ ਵਿੱਚੋਂ ਪਾਸ ਹੋਵੇਗਾ। ਕਿਸੇ ਗੁਰਸਿੱਖ ਦੀ ਇੰਨੀ ਪਰਖ ਨਾ ਲਿਓ ਜਿੰਨੀ ਮੇਰੀ ਲਈ ਹੈ। ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ, ਭਾਈ ਮੰਝ, ਸੋਨੇ ਦੀ ਮੈਲ ਜਿਹੜੀ ਹੁੰਦੀ ਹੈ ਨਾ, ਉਹ ਕਸੌਟੀ 'ਤੇ ਉਹ ਜਦੋਂ ਉਹਨੂੰ ਤਾ ਦਿੱਤਾ ਜਾਂਦਾ ਹੈ ਫਿਰ ਹੀ ਉਹ ਸ਼ੁੱਧ ਬਣਦਾ ਹੈ। ਮਹਾਰਾਜ ਨੇ ਪ੍ਰਸੰਨ ਹੋ ਕੇ ਬਚਨ ਕਿਹਾ, ਠੀਕ ਹੈ ਭਾਈ ਮੰਝ, ਵੱਡੀਆਂ ਰਹਿਮਤਾਂ ਕੀਤੀਆਂ। ਅਤੇ ਫਿਰ ਸਤਿਗੁਰੂ ਨੇ ਬਖਸ਼ਿਸ਼ਾਂ ਦੇ ਭੰਡਾਰੇ ਖੋਲ੍ਹ ਦਿੱਤੇ। ਭਾਈ ਮੰਝ ਵਾਪਸ ਆਇਆ, ਧਨ ਦੌਲਤ ਐਸਤਾ ਐਸਤਾ ਅੰਬਾਰ ਲੱਗ ਗਏ ਅਤੇ ਜੀਵਨ ਪਰਯੰਤ ਸਤਿਗੁਰੂ ਦੀ ਸਿੱਖੀ ਕਮਾਉਂਦਾ ਰਿਹਾ। ਭਾਈ ਮੰਝ ਦੀ ਸੇਵਾ ਸਾਡੇ ਇਤਿਹਾਸ ਵਿੱਚ ਬਹੁਤ ਪ੍ਰਸਿੱਧ ਹੈ, ਜਿਸ ਭਾਵਨਾ ਨਾਲ ਭਾਈ ਮੰਝ ਨੇ ਸੇਵਾ ਕੀਤੀ ਹੈ। ਜਿੱਥੇ ਖੂਹ ਵਿੱਚ ਡਿੱਗੇ ਸਨ, ਉਹ ਗੁਰਦੁਆਰਾ ਸਾਹਿਬ ਵੀ ਅੱਜ ਸੁੰਦਰ ਬਣਿਆ ਹੋਇਆ, ਉਹ ਖੂਹ ਵੀ ਹੈ। ਸੁਲਤਾਨਵਿੰਡ ਦੇ ਬਿਲਕੁਲ ਨਜ਼ਦੀਕ ਹੈ। ਸੱਚੇ ਪਾਤਸ਼ਾਹ ਦੇ ਉਸ ਅਸਥਾਨ ਦੇ ਦਾਸ ਨੇ ਦਰਸ਼ਨ ਵੀ ਕੀਤੇ ਹੈ। ਸੋ ਭਾਈ ਗੁਰਦਾਸ ਸਾਹਿਬ ਜੀ ਭਾਈ ਮੰਝ ਦਾ ਜ਼ਿਕਰ ਕਰ ਰਹੇ ਨੇ। ਮੰਝ ਪੰਨੂ ਪ੍ਰਵਾਨ ਹੈ, ਪੀ ਰਾਣਾ ਗੁਰ ਭਾਏ ਚਲੰਦਾ। ਭਾਈ ਮੰਝ, ਭਾਈ ਪੰਨੂ ਇਹ ਪ੍ਰਮਾਣਿਕ ਸਿੱਖ ਹੋਏ ਹੈ ਸਤਿਗੁਰੂ ਦੇ। ਪੀ ਰਾਣਾ ਗੁਰ ਭਾਏ ਚਲੰਦਾ, ਭਾਈ ਪਿਰਾਣਾ ਜੀ 5ਵੇਂ ਪਾਤਸ਼ਾਹ ਤੋਂ ਇਹਨਾਂ ਨੇ ਸਿੱਖੀ ਧਾਰਨ ਕੀਤੀ ਅਤੇ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਜੰਗਾਂ ਯੁੱਧਾਂ ਵਿੱਚ ਰਹੇ। ਬੜੇ ਬਹਾਦਰ ਯੋਧੇ ਸਨ ਭਾਈ ਪਿਰਾਣਾ ਜੀ, ਗੁਰੂ ਦੇ ਪ੍ਰੇਮ ਦੇ ਵਿੱਚ ਚੱਲਣ ਵਾਲੇ ਹੈ। ਹਮਜਾ ਜੱਜਾ ਜਾਣੀਐ, ਬਾਲਾ ਮਰਵਾਹਾ ਵਿਗਸੰਦਾ। ਭਾਈ ਹਮਜਾ, ਇਹਨਾਂ ਨੂੰ ਜੱਜਾ ਕਹਿੰਦੇ ਸੀ। ਜੱਜਾ ਇਹਨਾਂ ਦੀ ਸੰਗਿਆ ਪਈ ਸੀ, ਕਈਆਂ ਦੀ ਅੱਲ ਪੈ ਜਾਂਦੀ, ਉਹ ਨਾਵਾਂ ਦੇ ਨਾਲ ਹੀ ਜ਼ਿਆਦਾ ਜਾਣੇ ਜਾਂਦੇ ਹੈ। ਅੱਜ ਵੀ ਪਿੰਡਾਂ ਵਿੱਚ ਵੇਖੋ, ਕਈ ਉਹ ਅਸਲੀ ਨਾਂ ਤਾਂ ਪਤਾ ਹੀ ਨਹੀਂ ਹੁੰਦਾ, ਪਰ ਜੋ ਉਹਨਾਂ ਦੀ ਅੱਲ ਪਈ ਹੋਵੇ ਉਹ ਉਹਦੇ ਨਾਲ ਜਾਣੇ ਜਾਂਦੇ ਹੈ। ਜੱਜਾ ਇਹਨਾਂ ਦੀ ਸੰਗਿਆ ਸੀ। ਭਾਈ ਹਮਜਾ ਇਹ ਗੁਰੂ ਕੇ ਪਿਆਰੇ ਸਿੱਖ ਜਾਣੇ ਜਾਂਦੇ ਹੈ। ਬਾਲਾ ਮਰਵਾਹਾ ਵਿਗਸੰਦਾ, ਭਾਈ ਬਾਲਾ ਇਹ ਮਰਵਾਹਾ ਜਾਤੀ ਦੇ ਸਨ। ਇਹ ਭਾਈ ਬਾਲਾ ਪਹਿਲੇ ਪਾਤਸ਼ਾਹ ਦੇ ਜਿਹੜੇ ਨਾਲ ਰਹੇ ਉਹ ਨਹੀਂ ਸਨ, ਇਹ ਹੋਰ ਹਨ। ਉਹ ਭਾਈ ਬਾਲਾ ਸੰਧੂ ਗੋਤ ਦੇ ਸਨ, ਇਹ ਭਾਈ ਬਾਲਾ ਹੋਰ ਹਨ। ਮਰਵਾਹਾ ਜਾਤੀ ਦੇ ਸਦਾ ਹੀ ਖੇੜੇ ਵਿੱਚ ਖਿੜੇ ਰਹਿੰਦੇ ਸਨ। ਨਿਰਮਲ ਨਾਨੋ ਓ ਹਰੀ, ਨਾਲ ਸੂਰੀ ਚੌਧਰੀ ਰਹੰਦਾ। ਭਾਈ ਨਾਨੋ ਜੀ ਉਹਰੀ ਜਾਤ ਦੇ ਸਨ ਅਤੇ ਇਹਨਾਂ ਦਾ ਹਿਰਦਾ ਬਹੁਤ ਨਿਰਮਲ ਸੀ, ਪਾਕ ਪਵਿੱਤਰ ਰੂਹ ਹਨ। ਭਾਈ ਨਾਨੋ ਜੀ ਤਨ ਮਨ ਇਹਨਾਂ ਦਾ ਨਿਰਮਲ ਹੈ, ਅੰਦਰੋਂ ਬਾਹਰੋਂ ਨਿਰਮਲ ਹਨ। ਨਾਲ ਸੂਰੀ ਚੌਧਰੀ ਰਹੰਦਾ, ਅਤੇ ਇਹਨਾਂ ਦੇ ਨਾਲ ਸੂਰੀ ਚੌਧਰੀ ਉਹ ਸਦਾ ਹੀ ਇਹਨਾਂ ਦੇ ਨਾਲ ਰਹਿੰਦੇ ਸਨ, ਇਹਨਾਂ ਦੇ ਸੰਗੀ ਸਾਥੀ ਸਨ ਔਰ ਗੁਰੂ ਦਰਬਾਰ ਵਿੱਚ ਸੇਵਾ ਕਰਿਆ ਕਰਦੇ ਸੀ। ਪਰਬਤ ਕਾਲਾ ਮੇਹਰਾ, ਨਾਲ ਨਿਹਾਲੂ ਸੇਵ ਕਰੰਦਾ। ਪਹਾੜਾਂ ਦੇ ਵਿੱਚ ਰਹਿਣ ਵਾਲੇ ਸੀ ਭਾਈ ਕਾਲਾ, ਭਾਈ ਮੇਹਰ ਅਤੇ ਇਹਨਾਂ ਦੇ ਨਾਲ ਭਾਈ ਨਿਹਾਲੂ। ਇਹ ਗੁਰੂ ਦੇ ਦਰਬਾਰ ਦੀ ਸੇਵਾ ਕਰਦੇ, ਗੁਰਸਿੱਖੀ ਦੀ ਸੇਵਾ ਕਰਦੇ ਸਨ। ਕੱਕਾ ਕਾਲੋ ਸੂਰਮਾ, ਕੱਦ ਰਾਮਦਾਸ ਬਚਨ ਮਨੰਦਾ। ਭਾਈ ਕਾਲੋ, ਇਹਨੂੰ ਭਾਈ ਕਾਲੂ ਵੀ ਕਹਿੰਦੇ ਹੈ। ਕੱਕੇ ਕੇਸ ਸੀ ਇਹਨਾਂ ਦੇ, ਸਿਰ ਦੇ ਦਾੜੇ ਦੇ ਕੇਸ ਕੱਕੇ ਰੰਗ ਦੇ ਸੀ। ਕੱਕਾ ਕਾਲੋ ਸੂਰਮਾ, ਅਤੇ ਵੱਡੇ ਸੂਰਮੇ ਸਨ ਔਰ ਚੰਗੇ ਉੱਚੇ ਲੰਮੇ ਕੱਦ ਵਾਲੇ ਸਨ, ਬਲੀ ਬਲਵਾਨ ਸੀ। ਰਾਮਦਾਸ ਬਚਨ ਮਨੰਦਾ, ਔਰ ਇਸੇ ਤਰ੍ਹਾਂ ਭਾਈ ਰਾਮਦਾਸ ਗੁਰੂ ਕੇ ਬਚਨਾਂ ਨੂੰ ਮੰਨਣ ਵਾਲੇ ਮੁਖੀ ਸਿੱਖ ਹੋਏ ਹੈ। ਇਹ ਗੁਰੂ ਰਾਮਦਾਸ ਨਹੀਂ, ਇਹ ਇੱਕ ਸਿੱਖ ਹੋਏ ਹੈ ਭਾਈ ਰਾਮਦਾਸ। ਉਹਨਾਂ ਦਾ ਨਾਂ ਦਾ ਜ਼ਿਕਰ ਹੈ, ਮਹਾਰਾਜ ਦੇ ਬਚਨ ਮੰਨਣ ਵਾਲੇ। ਸੇਠ ਸੁਭਾਗਾ ਚੂਹਣੀਆਂ, ਆਰੋੜੇ ਭਾਗ ਉਗਵੰਦਾ। ਇਸੇ ਤਰ੍ਹਾਂ ਭਾਈ ਸੇਠਾ, ਭਾਈ ਸੁਭਾਗਾ ਅਤੇ ਭਾਈ ਉਗਵੰਦਾ, ਇਹ ਭਾਗਾਂ ਵਾਲੇ ਗੁਰੂ ਕੇ ਸਿੱਖ ਅਰੋੜੇ ਜਾਤ ਦੇ ਚੂਹਣੀਆਂ ਨਗਰ ਦੇ ਸਨ।
ਚੂਹਣੀ ਇੱਕ ਨਗਰ ਦਾ ਨਾਂ ਹੈ, ਇਹ ਉੱਥੋਂ ਦੇ ਰਹਿਣ ਵਾਲੇ ਸਨ। ਇੱਥੇ ਮੂਲ ਪਾਠ ਵਿੱਚ ਆ ਰੋੜੇ ਭਾਗ ਉਗਵੰਦਾ, ਸਾਨੂੰ ਇਹ ਪਾਠ ਖੋਜ ਕਰਨ ਤੋਂ ਭਾਗ ਹੀ ਮਿਲਿਆ ਹੈ, ਆ ਰੋੜੇ ਭਾਗ ਉਗਵੰਦਾ। ਪਰ ਕਿਤੇ ਕਿਤੇ ਭਾਗ ਦੀ ਥਾਂ ਤੇ ਭਾਰਾ ਸ਼ਬਦ ਹੈ, ਪਰ ਵਿਦਵਾਨਾਂ ਨੇ ਅਰਥ ਕਰਨ ਲੱਗਿਆਂ ਭਾਰਾ ਮੱਲ ਅਰਥ ਕੀਤਾ ਹੈ, ਪਰ ਮੂਲ ਪਾਠ ਵਿੱਚੋਂ ਇਹ ਪਾਠ ਭਾਰਾ ਲੱਭਾ ਨਹੀਂ। ਫਿਰ ਕਵੀ ਭਾਈ ਸੰਤੋਖ ਸਿੰਘ ਜੀ ਦੇ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਜਦੋਂ ਖੋਜਿਆ ਤਾਂ ਉਹਦੇ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਇਹ 3 ਨਾਂ ਦਿੱਤੇ ਹੈ, ਭਾਈ ਸੇਠਾ, ਭਾਈ ਸੁਭਾਗਾ ਤੇ ਭਾਈ ਉਗਵੰਦਾ। ਇਹ ਭਾਗਾਂ ਵਾਲੇ ਸਿੱਖ ਚੂਹਣੀ ਨਗਰ ਦੇ ਰਹਿਣ ਵਾਲੇ ਸਨ ਤੇ ਸਤਿਗੁਰੂ ਦੀ ਸਿੱਖੀ ਇਹਨਾਂ ਨੇ ਕਮਾਈ। ਸਨਮੁਖ ਇੱਕ ਦੂ ਇੱਕ ਚੜ੍ਹੰਦਾ, ਇਹ ਇੱਕ ਦੂ ਇੱਕ ਵੱਧ ਕੇ ਮੰਨੇ ਪਰਮੰਨੇ ਸਿੱਖ ਸਨ। ਇੱਕ ਦੂ ਇੱਕ ਚੜ੍ਹੰਦੀਆ, ਕੌਣ ਜਾਣੇ ਮੇਰਾ ਨਾਉ ਜੀਓ। ਇੱਕ ਤੋਂ ਇੱਕ ਵੱਡੇ ਅਭਿਆਸ ਕਰਨ ਵਾਲੇ, ਸਿਮਰਨ ਬੰਦਗੀ ਸੇਵਾ ਕਰਨ ਵਾਲੇ ਇਹ ਸਿੱਖ ਸਨ, ਜਿਨ੍ਹਾਂ ਦਾ ਭਾਈ ਗੁਰਦਾਸ ਜੀ ਨੇ ਇਹ ਜ਼ਿਕਰ ਕੀਤਾ ਹੈ। ਹੁਣ ਇਸ ਤੋਂ ਅੱਗੇ 24ਵੀਂ ਪੌੜੀ ਦੇ ਵਿੱਚ ਖਾਸ ਕਰਕੇ ਭਾਈ ਗੁਰਦਾਸ ਜੀ ਨੇ ਪੰਜਾਬ ਦੇ ਰਹਿਣ ਵਾਲੇ ਸਿੱਖਾਂ ਦਾ ਜ਼ਿਕਰ ਕੀਤਾ ਹੈ। ਪੈੜਾ ਜਾਤ ਚੰਡਾਲੀਆ, ਜੇਠੇ ਸੇਠੀ ਕਾਰ ਕਮਾਈ। ਭਾਈ ਪੈੜਾ ਚੰਡਾਲੀ ਜਾਤ ਦਾ ਸੀ, ਮਹਾਰਾਜ ਦਾ ਸਿੱਖ ਬਣਿਆ। ਇਸੇ ਤਰ੍ਹਾਂ ਭਾਈ ਜੇਠਾ ਇਹ ਸੇਠੀ ਦੀ ਕਾਰ ਕਰਦੇ ਸਨ, ਸੇਠ ਸਨ, ਪੈਸੇ ਦੇਣੇ ਪ੍ਰਾਪਤ ਕਰਨੇ, ਸੋ ਵਪਾਰ ਕਰਦੇ ਸੀ। ਸੇਠੀ ਦੀ ਕਾਰ ਕਰਿਆ ਕਰਦੇ ਸੀ। ਲਟਕਣ ਘੂਰਾ ਜਾਣੀਐ, ਗੁਰ ਦਿੱਤਾ ਗੁਰਮਤਿ ਗੁਰ ਭਾਈ। ਭਾਈ ਘੂਰਾ ਇਹ ਗੁਰੂ ਕੇ ਸਿੱਖ ਜਾਣੇ ਜਾਂਦੇ ਹੈ, ਤੇ ਇਹਨਾਂ ਦੀ ਅੱਲ ਸੀ ਲਟਕਣ, ਸਾਰੇ ਇਹਨਾਂ ਨੂੰ ਘੂਰਾ ਲਟਕਣ ਕਿਹਾ ਕਰਦੇ ਸਨ। ਗੁਰ ਦਿੱਤਾ ਗੁਰਮਤਿ ਗੁਰ ਭਾਈ, ਭਾਈ ਗੁਰਦਿੱਤਾ ਜੀ ਗੁਰੂ ਦੀ ਮੱਤ ਨੂੰ ਜਿਨ੍ਹਾਂ ਧਾਰਨ ਕੀਤਾ, ਗੁਰਸਿੱਖਾਂ ਦੇ ਨਾਲ, ਗੁਰ ਭਾਈਆਂ ਦੇ ਨਾਲ ਮਿਲ ਕੇ ਗੁਰਮਤਿ ਨੂੰ ਧਾਰਨ ਕਰਕੇ ਗੁਰਸਿੱਖੀ ਦੀ ਕਮਾਈ ਕੀਤੀ। ਸੋ ਹੋਰ ਗੁਰਸਿੱਖਾਂ ਨੂੰ ਆਪਣੇ ਗੁਰ ਭਾਈ ਜਾਣਦੇ ਹੈ। ਕਟਾਰਾ ਸਰਾਫ ਹੈ, ਭਗਤ ਵੱਡਾ ਭਗਵਾਨ ਸੁਭਾਈ। ਭਾਈ ਕਟਾਰਾ ਜੀ ਇਹ ਸਰਾਫ ਸਨ ਔਰ ਆਪਣੀ ਧਰਮ ਦੀ ਕਿਰਤ ਕਰਦੇ ਸੀ। ਭਾਈ ਕਟਾਰਾ ਜੀ ਜੋ ਨਕਦੀ ਦਾ ਵਪਾਰ ਕਰਦੇ ਨੇ, ਸਰਾਫ ਕਿਹਾ ਜਾਂਦਾ ਉਹਨਾਂ ਨੂੰ। ਭਗਤ ਵੱਡਾ ਭਗਵਾਨ ਸੁਭਾਈ, ਇਸੇ ਤਰ੍ਹਾਂ ਭਾਈ ਭਗਵਾਨ ਇਹ ਵੱਡਾ ਭਗਤ ਹੋਇਆ ਪਰਮੇਸ਼ਰ ਦਾ, ਔਰ ਸ੍ਰੇਸ਼ਟ ਸੁਭਾਅ ਵਾਲੇ ਸਨ, ਦੈਵੀ ਗੁਣ ਸਨ ਇਹਨਾਂ ਦੇ ਜੀਵਨ ਦੇ ਵਿੱਚ। ਸਿੱਖ ਭਲਾ ਰਵਤਾਸ ਵਿੱਚ, ਧੌਣ ਮੁਰਾਰੀ ਗੁਰ ਸਰਣਾਈ। ਧੌਣ ਮੁਰਾਰੀ ਇਹ ਸਿੱਖ ਦਾ ਨਾਂ ਹੈ। ਇਹ ਰੋਹਤਾਸ ਦੇ ਰਹਿਣ ਵਾਲੇ ਸੀ ਤੇ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਆ ਕੇ ਇਹਨਾਂ ਨੇ ਸਿੱਖੀ ਧਾਰਨ ਕੀਤੀ ਸੀ। ਰੋਹਤਾਸ ਇਹ ਬੜਾ ਪੁਰਾਣਾ ਨਗਰ ਹੈ, ਅੱਜ ਕੱਲ੍ਹ ਹੁਣ ਤਾਂ ਪਾਕਿਸਤਾਨ ਦੇ ਵਿੱਚ ਹੈ। ਰੋਹਤਾਸ ਇੱਥੇ ਗੁਰਦੁਆਰਾ ਸਾਹਿਬ ਹੈ, ਚੋਹਾ ਸਾਹਿਬ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਥੇ ਚਰਨ ਪਾਏ ਸੀ ਤੇ ਇੱਥੇ ਭਾਵਨਾ ਵਾਲਿਆਂ ਨੇ, ਗੁਰਸਿੱਖਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਸੱਚੇ ਪਾਤਸ਼ਾਹ ਇੱਥੇ ਆਲੇ ਦੁਆਲੇ ਪੀਣ ਵਾਲਾ ਪਾਣੀ ਨਹੀਂ, ਤੁਸੀਂ ਰਹਿਮਤ ਕਰੋ। ਤੇ ਸਤਿਗੁਰੂ ਨੇ ਆਪਣੇ ਚਰਨਾਂ ਦੇ ਨਾਲ ਉੱਥੋਂ ਇੱਕ ਛੋਟਾ ਪੱਥਰ ਹਟਾ ਕਰਕੇ ਉੱਥੋਂ ਮਹਾਰਾਜ ਨੇ ਇੱਕ ਚਸ਼ਮਾ ਜਲ ਦਾ ਪ੍ਰਗਟ ਕੀਤਾ ਸੀ, ਜਿਹਦੇ ਤੋਂ ਸੰਗਤਾਂ ਹੁਣ ਤੱਕ ਜਲ ਛਕਦੀਆਂ ਨੇ। ਮਹਾਰਾਜ ਦਾ ਅਸਥਾਨ ਹੈ ਗੁਰਦੁਆਰਾ ਚੋਹਾ ਸਾਹਿਬ। ਤੇ ਇਸੇ ਰੋਹਤਾਸ ਨਗਰ ਦੇ ਸਨ ਖਾਲਸੇ ਦੇ ਮਾਤਾ ਸਾਹਿਬ ਕੌਰ ਜੀ। ਮਾਤਾ ਸਾਹਿਬ ਦੇਵਾਂ ਇਸੇ ਨਗਰ ਦੇ ਸਨ ਤੇ ਮਾਤਾ ਜੀ ਦੇ ਆਨੰਦ ਕਾਰਜ ਤੋਂ ਪਹਿਲਾਂ ਸਾਰੇ ਹੀ ਸਾਹਿਬ ਦੇਵੀ ਨੂੰ ਮਾਤਾ ਜੀ ਕਹਿ ਕੇ ਪੁਕਾਰਦੇ ਸੀ। ਬਹੁਤ ਬੰਦਗੀ ਸੇਵਾ ਸਿਮਰਨ ਸੀ। ਤੇ ਫਿਰ ਆਪ ਇਤਿਹਾਸ ਵਿੱਚ ਜਾਣਦੇ ਹੋ, ਕਲਗੀਧਰ ਪਾਤਸ਼ਾਹ ਜੀ ਦੇ ਨਾਲ ਮਾਤਾ ਜੀ ਦਾ ਆਨੰਦ ਕਾਰਜ ਹੋਇਆ
ਤੇ ਸਤਿਗੁਰੂ ਜੀ ਨੇ ਖਾਲਸਾ ਪੁੱਤਰ ਮਾਤਾ ਜੀ ਦੀ ਝੋਲੀ ਦੇ ਵਿੱਚ ਪਾਇਆ, ਮਾਤਾ ਸਾਹਿਬ ਦੇਵਾਂ ਜੀ ਦੀ। ਸੋ ਇਸੇ ਨਗਰ ਦੇ ਰੋਹਤਾਸ ਦੇ ਰਹਿਣ ਵਾਲੇ ਸਨ। 1947 ਦੇ ਵਿੱਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਬਹੁਤ ਸਾਰੇ ਜਿਹੜੇ ਗੁਰਧਾਮ ਸੀ ਖਾਲਸਾ ਜੀ ਉਧਰ ਪਾਕਿਸਤਾਨ ਰਹਿ ਗਏ, ਉਹਨਾਂ ਦੀ ਸੇਵਾ ਸੰਭਾਲ ਨਾ ਹੋ ਸਕੀ। ਕਈ ਅੱਜ ਤੱਕ ਉਹ ਅਸਥਾਨ ਹੁਣ ਸਿਰਫ ਨਿਸ਼ਾਨੀਆਂ ਬਚੀਆਂ ਨੇ, ਢਹਿਣ ਦੇ ਕਿਨਾਰੇ ਹੈ, ਕਈਆਂ ਨੇ ਉੱਥੇ ਆਪਣੇ ਨਿੱਜੀ ਘਰ ਬਣਾਏ ਹੋਏ। ਤਾਂ ਸਾਨੂੰ ਬਹੁਤ ਵੱਡਾ ਘਾਟਾ ਪਿਆ 47 ਦੇ ਵਿੱਚ, ਸੈਂਕੜੇ ਹਜ਼ਾਰਾਂ ਗੁਰਧਾਮ ਉੱਧਰ ਰਹਿ ਗਏ। ਪਰ ਹੁਣ ਪਿਛਲੇ 3 ਕੁ ਸਾਲ ਹੋ ਗਏ ਹੈ, ਇਹ ਗੁਰਦੁਆਰਾ ਚੋਹਾ ਸਾਹਿਬ ਸੀ ਨਾ ਜਿਹੜਾ, ਸਿੱਖ ਸੰਗਤਾਂ ਦੇ ਉਦਮ ਦਾ ਸਦਕਾ ਫਿਰ ਇਮਾਰਤ ਦੀ ਮੁਰੰਮਤ ਕਰਕੇ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਗਿਆ ਹੈ। ਅਤੇ ਸਿੱਖ ਸੰਗਤਾਂ ਭਾਵਨਾ ਦੇ ਨਾਲ ਜਿਹੜੀਆਂ ਜਾਂਦੀਆਂ ਦਰਸ਼ਨ ਕਰਦੀਆਂ ਨੇ, ਹੁਣ ਫਿਰ ਸੰਗਤ ਇਸ ਅਸਥਾਨ 'ਤੇ ਜੁੜਦੀ ਹੈ। ਗੁਰਦੁਆਰਾ ਚੋਹਾ ਸਾਹਿਬ ਰੋਹਤਾਸ ਦੇ ਵਿੱਚ ਭਾਈ ਗੁਰਦਾਸ ਜੀ ਨੇ ਧੌਣ ਮੁਰਾਰੀ ਸਿੱਖ ਦਾ ਜ਼ਿਕਰ ਕੀਤਾ ਹੈ। ਗੁਰੂ ਨਾਨਕ ਸਾਹਿਬ ਵੇਲੇ ਤੋਂ ਇਸ ਨਗਰ ਦੇ ਵਿੱਚ ਸਿੱਖੀ ਹੈ। ਸਿੱਖ ਭਲਾ ਰਵਤਾਸ ਵਿੱਚ ਧੌਣ ਮੁਰਾਰੀ ਗੁਰ ਸਰਨਾਈ। ਰੋਹਤਾਸ ਨਗਰ ਦੇ ਵਿੱਚ ਧੌਣ ਮੁਰਾਰੀ ਗੁਰੂ ਕੇ ਇਹ ਭਲੇ ਸਿੱਖ ਸਨ ਅਤੇ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਕੇ ਇਹਨਾਂ ਨੇ ਸਿੱਖੀ ਧਾਰਨ ਕੀਤੀ। ਆਡਤ ਸੋਇਨੀ ਸੂਰਮਾ ਚਰਨ ਸਰਨ ਚੂਹੜ ਜੇ ਸਾਈ। ਇਸੇ ਤਰ੍ਹਾਂ ਆਡਤ ਭਗਤ ਇਹ ਸੋਇਨੀ ਜਾਤ ਦਾ ਬਲਵਾਨ ਸੂਰਮਾ ਸਿੱਖ ਸੀ ਸਤਿਗੁਰੂ ਦਾ। ਚਰਨ ਸਰਨ ਚੂਹੜ ਜੇ ਸਾਈ, ਇਸੇ ਤਰ੍ਹਾਂ ਭਾਈ ਚੂਹੜ ਅਤੇ ਭਾਈ ਸਾਈ ਇਹ ਵੀ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਆਏ। ਇਹਨਾਂ ਮਹਾਰਾਜ ਤੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ। ਲਾਲਾ ਸੇਠੀ ਜਾਣੀਐ ਜਾਣ ਨਿਹਾਲੂ ਸ਼ਬਦ ਲਿਵ ਲਾਈ। ਭਾਈ ਲਾਲਾ ਇਹ ਸੇਠੀ ਜਾਤ ਦੇ ਸਨ, ਸਤਿਗੁਰੂ ਦੇ ਪਿਆਰੇ ਸਿੱਖ ਜਾਣੇ ਜਾਂਦੇ ਹੈ। ਜਾਣ ਨਿਹਾਲੂ ਸ਼ਬਦ ਲਿਵ ਲਾਈ, ਇਸੇ ਤਰ੍ਹਾਂ ਭਾਈ ਨਿਹਾਲੂ ਜੀ ਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਸ਼ਬਦ ਦੇ ਵਿੱਚ ਲਿਵ ਲਾਉਣ ਵਾਲੇ ਹੋਏ ਹੈ। ਸਤਿਗੁਰੂ ਦੇ ਸ਼ਬਦ ਦੇ ਵਿੱਚ ਇਹਨਾਂ ਨੇ ਸੁਰਤ ਜੋੜੀ। ਰਾਮਾ ਝੰਜੀ ਆਖੀ ਹੈ ਹੇਮੂ ਸੋਈ ਗੁਰਮਤਿ ਪਾਈ। ਭਾਈ ਰਾਮਾ ਜੀ ਇਹ ਝੰਜੀ ਜਾਤ ਦੇ ਕਹੇ ਜਾਂਦੇ ਹੈ, ਇਹ ਵੀ ਮਹਾਰਾਜ ਦੇ ਸਿੱਖ ਹਨ ਪਿਆਰੇ। ਹੇਮੂ ਸੋਈ ਗੁਰਮਤਿ ਪਾਈ, ਅਤੇ ਭਾਈ ਹੇਮੂ ਜੀ ਨੇ ਉਹੀ ਗੁਰਮਤਿ ਗੁਰੂ ਦੀ ਸਿੱਖਿਆ ਧਾਰਨ ਕੀਤੀ ਹੈ ਜਿਹੜੀ ਹੋਰ ਗੁਰਸਿੱਖਾਂ ਨੇ ਗੁਰਮਤਿ ਧਾਰਨ ਕੀਤੀ। ਪ੍ਰੇਮਾ ਭਗਤੀ ਸਤਿਗੁਰੂ ਜੀ ਦੀ ਕਮਾਈ, ਮਹਾਰਾਜ ਦਾ ਸਿਮਰਨ ਕੀਤਾ। ਜੱਟੂ ਭੰਡਾਰੀ ਭਲਾ ਸਾਹ ਦਰੈ ਸੰਗਤ ਸੁਖਦਾਈ। ਭਾਈ ਜੱਟੂ ਜੀ ਇਹ ਸਤਿਗੁਰੂ ਦੇ ਭੰਡਾਰੀ ਸਨ, ਭਲੇ ਸਿੱਖ ਸਨ। ਸਾਹ ਦਰੈ ਸੰਗਤ ਸੁਖਦਾਈ, ਅਤੇ ਸ਼ਾਹਦਰੇ ਦੀ ਜਿਹੜੀ ਸੰਗਤ ਇਹ ਬਹੁਤ ਹੀ ਸੁਖਦਾਈ ਸੀ। ਲਾਹੌਰ ਦੇ ਕੋਲ ਸ਼ਾਹਦਰਾ ਇੱਕ ਨਗਰ ਹੈ, ਇੱਥੇ 5ਵੀਂ ਪਾਤਸ਼ਾਹੀ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਚਰਨ ਪਾਏ। ਸਤਿਗੁਰੂ ਨੇ ਸੰਗਤ ਕਾਇਮ ਕੀਤੀ ਅਤੇ ਇੱਥੋਂ ਦੇ ਸਿੱਖ ਜਿਹੜੇ ਹੈ ਬਹੁਤ ਹੋਏ ਹੈ। ਸ਼ਾਹਦਰੇ ਦੇ ਪਹਿਲੋਂ ਦੇਵੀ ਦੇਵਤਿਆਂ ਨੂੰ ਮੰਨਦੇ ਸੀ, ਉਹਨਾਂ ਨੂੰ ਤਿਲਾਂਜਲੀ ਦੇ ਕਰਕੇ ਗੁਰਮਤਿ ਲੈ ਕੇ ਸਤਿਗੁਰੂ 'ਤੇ ਪੂਰਨ ਭਰੋਸਾ ਰੱਖ ਕੇ ਸਿੱਖੀ ਕਮਾਉਣ ਲੱਗ ਪਏ ਅਤੇ ਮਹਾਰਾਜ ਦੇ ਉੱਤੇ ਪੂਰਨ ਭਰੋਸਾ ਰੱਖਿਆ, ਜਿਸ ਕਰਕੇ ਇਹਨਾਂ ਸਾਰੇ ਸ਼ਾਹਦਰੇ ਦੇ ਸਿੱਖਾਂ ਦਾ ਉਧਾਰ ਪਾਰ ਉਤਾਰਾ ਹੋਇਆ। ਜੱਟੂ ਭੰਡਾਰੀ ਭਲਾ ਸਾਹ ਦਰੈ ਸੰਗਤ ਸੁਖਦਾਈ। ਪੰਜਾਬੈ ਗੁਰ ਦੀ ਵਡਿਆਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਹ ਪੰਜਾਬ ਦੇ ਵਿੱਚ ਗੁਰੂ 5ਵੇਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੀ ਵੱਡੀ ਮਹਿਮਾ ਵਡਿਆਈ ਹੋਈ ਹੈ। ਬਹੁਤ ਗੁਰੂ ਕੇ ਸਿੱਖ ਹਨ ਜਿਹੜੇ ਪੰਜਾਬ ਤੋਂ ਹਨ, ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੀ ਸਿੱਖੀ ਧਾਰਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਇਆ। ਹੁਣ ਇਸ ਤੋਂ ਅੱਗੇ 25ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਲਾਹੌਰ ਸ਼ਹਿਰ ਦੇ ਵਿੱਚ ਜਿਹੜੀ ਮੁਜੰਗਾਂ ਦੀ ਸੰਗਤ ਹੈ ਨਾ, ਉਹਦਾ ਜ਼ਿਕਰ ਕਰ ਰਹੇ ਹੈ। ਸਨਮੁਖ ਸਿੱਖ ਲਾਹੌਰ ਵਿੱਚ
ਸੋਢੀ ਆਇਣ ਤਾਇਆ ਸੰਹਾਰੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਗੁਰਸਿੱਖੋ, ਲਾਹੌਰ ਵਿੱਚ ਸੋਢੀਆਂ ਦੇ ਘਰਾਣਿਓਂ ਤਾਇਆ ਸੰਹਾਰੀ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਤਾਇਆ ਸਹਾਰੀ ਮੱਲ ਜੀ ਇਹ ਵੱਡੇ ਸਨਮੁਖ ਸਿੱਖ ਹੋਏ ਹੈ। ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਨੇੜਿਓਂ ਭਰਾ ਲੱਗਦੇ ਸੀ ਸਹਾਰੀ ਮੱਲ ਜੀ। ਗੁਰੂ ਅਰਜਨ ਦੇਵ ਜੀ ਦੇ ਤਾਇਆ ਜੀ ਲੱਗਦੇ ਸੀ, ਸਕੇ ਨਹੀਂ, ਜਿਵੇਂ ਨੇੜਿਓਂ ਹੁੰਦੇ ਹੈ ਦਾਦੇ ਭਰਾ ਅਗਾਂਹ ਉਹਨਾਂ ਦੇ ਪੁੱਤਰ, ਇਸ ਤਰ੍ਹਾਂ। ਸੋ ਬੜੇ ਸਨਮੁਖ ਸਨ ਭਾਈ ਸਹਾਰੀ ਮੱਲ ਜੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਤਾਇਆ ਜੀ ਨੇ ਤੇ ਭਗਤੀ ਬੰਦਗੀ ਬਹੁਤ ਇਹਨਾਂ ਨੇ ਕੀਤੀ। ਇੱਕ ਵਾਰਾਂ ਤਾਇਆ ਸਹਾਰੀ ਮੱਲ ਨੇ ਸਤਿਗੁਰੂ ਅਰਜਨ ਦੇਵ ਮਹਾਰਾਜ ਨੂੰ, ਜਦੋਂ ਸਤਿਗੁਰੂ ਦੀ ਸ਼ਰਨ ਵਿੱਚ ਆਏ ਤਾਂ ਮਹਾਰਾਜ ਨੇ ਬਚਨ ਕੀਤਾ ਸੀ ਕਿ ਤਾਇਆ ਜੀ ਤੁਸੀਂ ਵੱਡੇ ਹੋ, ਸਾਡਾ ਫਰਜ਼ ਬਣਦਾ ਤੁਹਾਡੀ ਸੇਵਾ ਕਰੀਏ। ਤੇ ਭਾਈ ਸਹਾਰੀ ਮੱਲ ਨੇ ਕਿਹਾ ਸੀ ਤੁਸੀਂ ਗੁਰੂ ਹੋ, ਗੁਰੂ ਪਦਵੀ ਤੇ ਸੁਸ਼ੋਭਿਤ ਹੋ, ਇਸ ਲਈ ਸਾਡਾ ਫਰਜ਼ ਬਣਦਾ ਅਸੀਂ ਤੁਹਾਡੀ ਸੇਵਾ ਕਰੀਏ। ਸੰਸਾਰੀ ਰਿਸ਼ਤਾ ਨਹੀਂ ਮੈਂ ਜਾਣਿਆ ਵੀ ਤੁਸੀਂ ਮੇਰੇ ਭਤੀਜੇ ਲੱਗਦੇ ਹੋ, ਮੈਂ ਤਾਂ ਪਰਮੇਸ਼ਰ ਰੂਪ ਕਰਕੇ ਤੁਹਾਨੂੰ ਜਾਣਦਾ ਹਾਂ ਤੇ ਮੈਨੂੰ ਹੀ ਤੁਹਾਡੀ ਸੇਵਾ ਕਰਨੀ ਸੋਭਦੀ ਹੈ। ਸੰਸਾਰ ਦੇ ਭਲੇ ਲਈ ਤੁਸੀਂ ਅਵਤਾਰ ਧਾਰਿਆ। ਸੋ ਮਹਾਰਾਜ ਦੇ ਤਾਇਆ ਜੀ ਸੀ ਸਹਾਰੀ ਮੱਲ ਜੀ। ਸਨਮੁਖ ਸਨ, ਸੋਢੀਆਂ ਦੇ ਘਰ, ਸੋਢੀਆਂ ਦੇ ਘਰਾਣੇ ਵਿੱਚੋਂ ਸਨ। ਸਾਈਂ ਦਿੱਤਾ ਝੰਜੀਆ ਸੈਦੋ ਜੱਟ ਸ਼ਬਦ ਵਿਚਾਰੀ। ਭਾਈ ਸਾਈਂ ਦਿੱਤਾ ਇਹ ਝੰਜੀਆ ਸੀ ਤੇ ਸੈਦੋ ਜੱਟ ਇਹ ਸਤਿਗੁਰੂ ਦੇ ਸ਼ਬਦ ਦੇ ਵਿਚਾਰਨ ਵਾਲੇ ਹੋਏ ਹੈ। ਬੁੱਧੂ ਮਹਿਤਾ ਜਾਣੀ ਹੈ ਕੁਲ ਕੁਮਿਹਾਰ ਭਗਤ ਨਿਰੰਕਾਰੀ। ਇਸੇ ਤਰ੍ਹਾਂ ਭਾਈ ਬੁੱਧੂ ਮਹਿਤਾ ਜੀ ਇਹ ਕੁਮਿਹਾਰਾਂ ਦੇ ਖਾਨਦਾਨ ਵਿੱਚੋਂ ਨਿਰੰਕਾਰੀ ਭਗਤ ਸੀ, ਨਿਰੰਕਾਰ ਦੀ ਭਗਤੀ ਬੰਦਗੀ ਕਰਨ ਵਾਲੇ। ਲੱਖੂ ਵਿੱਚ ਪਟੋਲੀਆ ਭਾਈ ਲੱਦਾ ਪਰ ਉਪਕਾਰੀ। ਭਾਈ ਲੱਖੂ ਇਹ ਪਟੋਲੀਆ ਸੀ। ਪਟੋਲੀਆ ਨਾਂ ਪਿਆ ਪਟ, ਕੱਪੜੇ ਦਾ, ਰੇਸ਼ਮ ਦਾ ਨਾ ਕੰਮ ਕਰਨ ਵਾਲੇ ਸੀ। ਤੇ ਲਾਹੌਰ ਦੇ ਵਿੱਚ ਇੱਕ ਖਾਸ ਬਾਜ਼ਾਰ ਜਿੱਥੇ ਕੱਪੜੇ ਦਾ ਹੀ ਕੰਮ ਹੁੰਦਾ ਸੀ, ਪਟੋਲੀਆ ਬਾਜ਼ਾਰ ਨਾਂ ਪਿਆ। ਸੋ ਲੱਖੂ ਵਿੱਚ ਪਟੋਲੀਆ ਭਾਈ ਲੱਦਾ ਪਰ ਉਪਕਾਰੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆ ਭਾਈ ਲੱਖੂ ਜੀ ਇਹ ਪਟੋਲੀਆ ਸਨ। ਔਰ ਇਸੇ ਤਰ੍ਹਾਂ ਭਾਈ ਲੱਦਾ ਇਹ ਪਰਉਪਕਾਰੀ ਗੁਰੂ ਕੇ ਸਿੱਖ ਹੋਏ ਹੈ। ਭਾਈ ਬੁੱਧੂ, ਭਾਈ ਲੱਖੂ ਤੇ ਭਾਈ ਲੱਦਾ ਇਤਿਹਾਸ ਵਿੱਚ ਇਹਨਾਂ ਦਾ ਬਹੁਤ ਜ਼ਿਕਰ ਆਉਂਦਾ ਹੈ। ਭਾਈ ਬੁੱਧੂ ਤੋਂ ਹੀ ਜਿਹੜਾ ਲਾਹੌਰ ਦਾ ਬੁੱਧੂ ਦਾ ਆਵਾ ਉਹ ਪ੍ਰਸਿੱਧ ਹੋਇਆ। ਇੱਕ ਵਾਰਾਂ ਕਰਜ਼ਾ ਚੁੱਕ ਕੇ ਆਵੇ ਲਾਏ, ਇੱਟਾਂ ਪੱਕਣਗੀਆਂ, ਲਾਭ ਬਹੁਤ ਤੇਰਾ ਹੋਵੇਗਾ। ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਨੂੰ ਬੇਨਤੀ ਕੀਤੀ। ਸਤਿਗੁਰੂ ਨੇ ਕਿਹਾ ਸੰਗਤ ਦਾ ਪ੍ਰਸ਼ਾਦਾ ਕਰੋ, ਸੰਗਤਾਂ ਨੂੰ ਪ੍ਰਸ਼ਾਦਾ ਛਕਾ ਕੇ ਅਰਦਾਸ ਕਰੋ, ਪਰਮਾਤਮਾ ਮਿਹਰ ਕਰੇਗਾ। ਭਾਈ ਬੁੱਧੂ ਨੇ ਸੰਗਤਾਂ ਵਾਸਤੇ ਪ੍ਰਸ਼ਾਦਾ ਤਿਆਰ ਕੀਤਾ, ਸੰਗਤ ਨੇ ਪ੍ਰਸ਼ਾਦਾ ਛਕਿਆ, ਅਰਦਾਸ ਕੀਤੀ। ਭਾਈ ਲੱਖੂ ਜੀ ਆ ਗਏ, ਬੜੀ ਬੰਦਗੀ ਵਾਲੇ, ਸਿਮਰਨ ਵਾਲੇ ਸਨ। ਉਹ ਲੇਟ ਪਹੁੰਚੇ ਤੇ ਜਿਹੜੇ ਦਰਬਾਨਚੀ ਸਨ ਬਾਹਰ ਖਲੋਤੇ, ਉਹਨਾਂ ਕਿਹਾ ਵੀ ਹੁਣ ਤੂੰ ਬਹੁਤਾ ਲੇਟ ਹੋ ਗਿਆ, ਹੁਣ ਨਹੀਂ ਤੈਨੂੰ ਅੰਦਰ ਪ੍ਰਸ਼ਾਦਾ ਛਕਣ ਜਾਣ ਦੇਣਾ। ਅੰਦਰੋਂ ਤਾਂ ਅਰਦਾਸ ਕੀਤੀ ਵੀ ਭਾਈ ਬੁੱਧੂ ਦਾ ਆਵਾ ਪੱਕੇ, ਤੇ ਬਾਹਰੋਂ ਭਾਈ ਲੱਖੂ ਨੇ ਕਿਹਾ ਬੁੱਧੂ ਤੇਰਾ ਆਵਾ ਕੱਚਾ। ਹੁਣ ਜਦੋਂ ਸਮਾਂ ਲੰਘਿਆ, ਆਵਾ ਵੇਖਿਆ, ਉਹ ਇੱਟਾਂ ਪੱਕੀਆਂ ਨਹੀਂ ਸੀ, ਕੱਚੀਆਂ, ਪੀਲੀਆਂ। ਭਾਈ ਬੁੱਧੂ ਹੈਰਾਨ ਰਹਿ ਗਿਆ। ਮਹਾਰਾਜ ਦੇ ਕੋਲ ਆਏ, ਦੱਸਿਆ ਸਤਿਗੁਰੂ ਸੰਗਤ ਨੇ ਤਾਂ ਅਰਦਾਸ ਕੀਤੀ ਸੀ ਵੀ ਆਵਾ ਪੱਕੇਗਾ, ਤੁਸਾਂ ਕਿਹਾ ਸੀ ਪ੍ਰਸ਼ਾਦਾ ਛਕਾਇਓ, ਪਰ ਆਵਾ ਤਾਂ ਕੱਚਾ ਰਿਹਾ। ਸਤਿਗੁਰੂ ਨੇ, ਅੰਤਰਜਾਮੀ ਸਤਿਗੁਰੂ ਨੇ ਕਿਹਾ ਕੋਈ ਹੋਰ ਗੱਲ ਹੋਈ ਹੋਵੇ। ਕਹਿੰਦੇ ਹਾਂ ਮਹਾਰਾਜ, ਇੱਕ ਮਸਤਾਨਾ ਜਿਹਾ ਸਿੱਖ ਆਇਆ ਸੀ, ਉਹਨੇ ਇਹ ਸ਼ਬਦ ਕਹੇ ਸਨ ਕਿ ਬੁੱਧੂ ਤੇਰਾ ਆਵਾ ਕੱਚਾ।
ਪਾਤਸ਼ਾਹ ਜੀ ਕਹਿੰਦੇ ਉਹ ਮਸਤਾਨਾ ਨਹੀਂ, ਉਹ ਪਰਮਾਤਮਾ ਦੇ ਨਾਲ ਜੁੜਿਆ ਹੋਇਆ, ਸਦਾ ਉਹਦੀ ਸੁਰਤ ਨਿਰੰਕਾਰ ਦੇ ਚਰਨਾਂ ਵਿੱਚ ਜੁੜੀ ਰਹਿੰਦੀ, ਉਹ ਭਾਈ ਲੱਖੂ ਹੈ। ਤੇ ਉਹਨੇ ਜੋ ਬਚਨ ਕਹਿ ਦਿੱਤਾ, ਮਹਾਰਾਜ ਕਹਿੰਦੇ ਉਹ ਤਾਂ ਹੁਣ ਅਸੀਂ ਵੀ ਮੋੜ ਨਹੀਂ ਨਾ ਸਕਦੇ, ਇਹ ਤਾਂ ਹੁਣ ਇਸੇ ਤਰ੍ਹਾਂ ਰਹਿਣਾ ਹੈ। ਚੱਲ ਤੂੰ ਸ਼ਰਨ ਵਿੱਚ ਆਇਆ, ਤੇਰੀਆਂ ਕੱਚੀਆਂ ਇੱਟਾਂ ਜਿਹੜੀਆਂ ਉਹ ਪੱਕਿਆਂ ਦੇ ਭਾਅ ਵਿਕ ਜਾਣਗੀਆਂ। ਦੇਵਨੇਤ ਪਰਮਾਤਮਾ ਦੀ ਮੀਂਹ ਬੜਾ ਪਿਆ, ਝੜੀ ਲੱਗ ਗਈ, ਸੰਮਣ ਬੁਰਜ ਦੀ ਕੰਧ ਡਿੱਗ ਗਈ, ਇੱਟਾਂ ਦੀ ਬਹੁਤ ਲੋੜ ਪੈ ਗਈ ਲਾਹੌਰ ਵਿੱਚ, ਤੇ ਇਹਦੀਆਂ ਜਿਹੜੀਆਂ ਪੀਲੀਆਂ ਕੱਚੀਆਂ ਸੀ ਉਹ ਪੱਕਿਆਂ ਦੇ ਭਾਅ ਵਿਕ ਗਈਆਂ ਭਾਈ ਬੁੱਧੂ ਦੀਆਂ। ਸੋ ਮਹਾਰਾਜ ਦੇ ਇਹ ਪਿਆਰੇ ਸਿੱਖ ਸਨ ਭਾਈ ਲੱਖੂ, ਔਰ ਇਹਨਾਂ ਨੇਮ ਬਣਾਇਆ ਸੀ। ਜਦੋਂ ਕੋਈ ਇਹਨਾਂ ਨੂੰ ਪ੍ਰਸ਼ਾਦਾ ਛਕਾਉਂਦਾ ਸੀ ਤਾਂ ਇਹ ਕਹਿੰਦੇ ਸੀ ਅਸੀਂ ਉਸ ਬੀਬੀ ਦੇ ਹੱਥ ਦਾ ਬਣਿਆ ਪ੍ਰਸ਼ਾਦਾ ਛਕਣਾ ਹੈ, ਜਿਹੜੀ ਜਪਜੀ ਸਾਹਿਬ ਕੰਠ ਹੈ ਜਿਹਨੂੰ, ਔਰ ਜਪਜੀ ਸਾਹਿਬ ਪੜ੍ਹਦੇ ਹਾਂ ਜਿਹੜੀ ਪ੍ਰਸ਼ਾਦਾ ਤਿਆਰ ਕਰੇ। ਤਾਂ ਇਸ ਤਰ੍ਹਾਂ ਕਈ ਮਾਈਆਂ ਬੀਬੀਆਂ ਨੂੰ ਇਹਨਾਂ ਨੇ ਜਪਜੀ ਸਾਹਿਬ ਦਾ ਪਾਠ ਚੇਤੇ ਕਰਵਾ ਦਿੱਤਾ ਸੀ ਵੀ ਭਾਈ ਲੱਖੂ ਨੂੰ ਪ੍ਰਸ਼ਾਦਾ ਛਕਾਉਣਾ, ਪਹਿਲੋਂ ਜਪਜੀ ਸਾਹਿਬ ਚੇਤੇ ਕਰੋ, ਬਾਣੀ ਪੜ੍ਹਦਿਆਂ ਪ੍ਰਸ਼ਾਦਾ ਤਿਆਰ ਕਰੋ। ਸੋ ਇਸ ਤਰ੍ਹਾਂ ਦੇ ਗੁਰਸਿੱਖ ਸਨ ਭਾਈ ਲੱਖੂ ਜੀ। ਬੁੱਧੂ ਮਹਿਤਾ ਜਾਣੀਏ ਹੈ ਕੁਲ ਕੁਮਿਆਰ, ਭਗਤ ਨਿਰੰਕਾਰੀ ਲੱਖੂ ਵਿੱਚ ਪਟੋਲੀਆ, ਭਾਈ ਲੱਧਾ ਪਰੇ ਉਪਕਾਰੀ। ਤੇ ਭਾਈ ਲੱਧਾ ਜੀ ਪਰਉਪਕਾਰ ਵਾਲੇ ਉਹ ਸਿੱਖ ਸਨ। ਜਦੋਂ ਭਾਈ ਸੱਤਾ ਤੇ ਬਲਵੰਡਾ ਉਹਨਾਂ ਨੂੰ ਕੋਹੜ ਹੋ ਗਿਆ ਸੀ ਤੇ ਮਹਾਰਾਜ ਦਾ ਪੰਜਵੇਂ ਪਾਤਸ਼ਾਹ ਦਾ ਬਚਨ ਸੀ ਕੋਈ ਮੂੰਹ ਨਾ ਲਾਵੇ ਇਹਨਾਂ ਨੂੰ, ਜਿਹੜਾ ਇਹਨਾਂ ਨੂੰ ਬਖਸ਼ਵਾਉਣ ਆਏਗਾ ਉਹਦਾ ਮੂੰਹ ਕਾਲਾ ਕੀਤਾ ਜਾਏ, ਗਲ ਵਿੱਚ ਛਿੱਤਰਾਂ ਦਾ ਹਾਰ ਪਾਇਆ ਜਾਵੇਗਾ, ਖੋਤੇ 'ਤੇ ਬਿਠਾਇਆ ਜਾਵੇਗਾ। ਤੇ ਫਿਰ ਇਹ ਭਾਈ ਲੱਧੇ ਪਰਉਪਕਾਰੀ ਕੋ ਜਾ ਕੇ ਰੋਏ ਸੀ ਵੀ ਅਸੀਂ ਭੁੱਲ ਗਏ ਹਾਂ, ਸਾਡੀ ਭੁੱਲ ਬਖਸ਼ਵਾ ਦੇ। ਤੇ ਭਾਈ ਲੱਧਾ ਪਰਉਪਕਾਰੀ ਸਿੱਖ ਫਿਰ ਲਾਹੌਰ ਤੋਂ ਆਪੇ ਹੀ ਮਹਾਰਾਜ ਦਾ ਉਹਨਾਂ ਬਚਨ ਮੰਨਿਆ, ਮੁਖ ਕਾਲਾ ਕਰਕੇ ਗਲ 'ਚ ਛਿੱਤਰਾਂ ਦਾ ਹਾਰ ਪਾ ਕੇ ਖੋਤੇ 'ਤੇ ਬਹਿ ਕੇ ਉੱਥੋਂ ਤੁਰ ਪਏ। ਸ੍ਰੀ ਅੰਮ੍ਰਿਤਸਰ ਸਾਹਿਬ ਆਏ ਤੇ ਜਦੋਂ ਧੰਨ ਗੁਰੂ ਅਰਜਨ ਦੇਵ ਜੀ ਨੂੰ ਗੁਰਸਿੱਖਾਂ ਦੱਸਿਆ ਮਹਾਰਾਜ ਇਸ ਤਰ੍ਹਾਂ ਸਿੱਖ ਲਾਹੌਰ ਤੋਂ ਆਇਆ ਸੱਤੇ ਬਲਵੰਡੇ ਨੂੰ ਲੈ ਕੇ, ਸਤਿਗੁਰੂ ਜੀ ਕਹਿੰਦੇ ਉਹਨੂੰ ਪਤਾ ਨਹੀਂ ਅਸੀਂ ਇਹ ਬਚਨ ਕੀਤਾ ਵੀ ਉਹਦੇ ਨਾਲ ਇਸ ਤਰ੍ਹਾਂ ਕੀਤਾ ਜਾਵੇਗਾ। ਮਹਾਰਾਜ ਉਹ ਆਪ ਹੀ ਮੁਖ ਕਾਲਾ ਕਰਕੇ ਆਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪ ਉੱਠੇ ਤੇ ਭਾਈ ਲੱਧੇ ਨੂੰ ਕੋਲ ਜਾ ਕੇ ਆਪਣੀ ਗਲਵਕੜੀ ਵਿੱਚ ਲੈ ਲਿਆ ਤੇ ਮਹਾਰਾਜ ਕਹਿੰਦੇ ਭਾਈ ਲੱਧਿਆ ਤੂੰ ਆਪ ਚੱਲ ਕੇ ਇੱਕ ਵਾਰਾਂ ਆਉਂਦੋ ਸਾਡੇ ਕੋਲ ਤੇ ਅਸੀਂ ਇਹਨਾਂ ਨੂੰ ਖਿਮਾ ਕਰ ਦਿੰਦੇ, ਇਹਨਾਂ ਨੂੰ ਬਖਸ਼ ਦਿੰਦੇ। ਭਾਈ ਲੱਧੇ ਨੇ ਕਿਹਾ ਸਤਿਗੁਰੂ ਤੁਹਾਡਾ ਬਚਨ ਸੀ, ਇਸ ਲਈ ਮੈਂ ਬਚਨ ਕਮਾਇਆ, ਆਪ ਹੀ ਮੁਖ ਕਾਲਾ ਕਰਕੇ ਖੋਤੇ 'ਤੇ ਬਹਿ ਕੇ ਗਲ 'ਚ ਛਿੱਤਰਾਂ ਦਾ ਹਾਰ ਪਾ ਕੇ ਆ ਗਿਆ, ਮੈਂ ਤਾਂ ਤੁਹਾਡੇ ਬਚਨਾਂ 'ਤੇ ਫੁੱਲ ਚੜ੍ਹਾਏ ਹੈ। ਫਿਰ ਮਹਾਰਾਜ ਨੇ ਕਿਹਾ ਸੀ ਭਾਈ ਲੱਧਿਆ ਜਿਸ ਰਸਨਾ ਦੇ ਨਾਲ ਇਹਨਾਂ ਨੇ ਭਾਈ ਸੱਤੇ ਭਾਈ ਬਲਵੰਡ ਨੇ ਸਤਿਗੁਰੂ ਦੀ ਨਿੰਦਿਆ ਕੀਤੀ ਹੈ, ਉਸ ਰਸਨਾ ਦੇ ਨਾਲ ਗੁਰੂ ਦੀ ਸਿਫਤ ਕਰਨ ਬਖਸ਼ੇ ਜਾਣਗੇ। ਫਿਰ ਸਾਧ ਸੰਗਤ ਦੋਵਾਂ ਨੇ ਭਾਈ ਸੱਤੇ ਭਾਈ ਬਲਵੰਡ ਨੇ ਮਹਾਰਾਜ ਦੀ ਸਿਫਤ ਕੀਤੀ। ਭਾਈ ਸੱਤੇ ਬਲਵੰਡੇ ਦੀ ਵਾਰ ਅਸੀਂ ਪੜ੍ਹਦੇ ਹਾਂ ਰਾਮਕਲੀ ਦੀ ਤੀਜੀ ਵਾਰ, ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ, ਜੋ ਖੀਵਦੈ ਦੇ ਗੁਨਾ ਸਤ ਭੈਣ ਭਰਾਵ ਹੈ, ਪਾਰੰਗਤ ਦਾਨ ਪੜੀਵਦੈ। 8 ਪੌੜੀਆਂ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਇਹਨਾਂ ਨੇ ਸਿਫਤ ਕੀਤੀ। ਫਿਰ ਇਹਨਾਂ ਦਾ ਕੋਹੜ ਹਟਿਆ ਤੇ ਇਹ ਬਖਸ਼ੇ ਗਏ। ਤੇ ਇਹਨਾਂ ਮਾਣ ਸਤਿਗੁਰੂ ਅਰਜਨ ਦੇਵ ਜੀ ਨੇ ਦਿੱਤਾ, ਇਹਨਾਂ ਦੀ ਪਵਿੱਤਰ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ। ਅੱਜ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਇਹਨਾਂ ਦੀ ਉਚਾਰਨ ਕੀਤੀ ਬਾਣੀ ਇਹ ਪੌੜੀ ਪੜ੍ਹੀ ਜਾਂਦੀ ਹੈ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਇੰਨੀ ਵਡਿਆਈ ਮੇਰੇ ਸਤਿਗੁਰੂ ਨੇ ਬਖਸ਼ੀ। ਸੋ ਇਹ ਭਾਈ ਲੱਧਾ ਪਰਉਪਕਾਰੀ ਸਿੱਖ ਸਨ। ਕਾਲੂ ਨਾਨੋ ਰਾਜ ਦੋਏ, ਹਾੜੀ ਕੋਹਲੀਆਂ ਵਿੱਚ ਭਾਰੀ। ਭਾਈ ਕਾਲੂ ਤੇ ਭਾਈ ਨਾਨੂ ਇਹ ਰਾਜਗਰੀ ਦਾ ਕੰਮ ਕਰਨ ਵਾਲੇ ਸਿੱਖ ਸਨ, ਮਿਸਤਰੀ ਸਨ। ਹਾੜੀ ਕੋਹਲੀਆ ਵਿੱਚ ਭਾਰੀ। ਔਰ ਇਸੇ ਤਰ੍ਹਾਂ ਇਹ ਜਿਹੜੇ ਗੁਰੂ ਕੇ ਸਿੱਖ ਇਹ ਕੋਹਲੀ ਪਿੰਡ ਦੇ ਭਾਰੇ ਸਿੱਖ ਸਨ। ਸੂਦ ਕਲਿਆਣਾ ਸੂਰਮਾ, ਭਾਨੂ ਭਗਤ ਸ਼ਬਦ ਵਿਚਾਰੀ। ਭਾਈ ਕਲਿਆਣਾ ਸੂਦ ਇਹ ਗੁਰੂ ਕੇ ਵੱਡੇ ਸੂਰਮੇ ਹੋਏ ਹੈ। ਔਰ
ਭਾਨੂ ਭਗਤ ਸ਼ਬਦ ਵਿਚਾਰੀ। ਭਾਈ ਭਾਨੂ ਜੀ ਭਗਤ ਭਾਨੂ ਹੋਏ ਹੈ, ਸਤਿਗੁਰੂ ਜੀ ਦੇ ਪਵਿੱਤਰ ਸ਼ਬਦ ਦੀ ਇਹ ਵਿਚਾਰ ਕਰਨ ਵਾਲੇ ਹੋਏ ਹੈ। ਮੂਲਾ ਬੇਰੀ ਜਾਣੀਐ ਤੀਰਥ ਅਤੇ ਮੁਕੰਦ ਅਪਾਰੀ। ਭਾਈ ਮੂਲਾ ਬੇਰੀ ਇਹ ਗੁਰੂ ਕੇ ਪਿਆਰੇ ਸਿੱਖ ਜਾਣੇ ਜਾਂਦੇ ਹੈ। ਬੇਰੀ ਇਹਨਾਂ ਦਾ ਗੋਤ ਸੀ ਭਾਈ ਮੂਲੇ ਦਾ। ਤੀਰਥ ਅਤੇ ਮੁਕੰਦ ਅਪਾਰੀ, ਇਸੇ ਤਰ੍ਹਾਂ ਭਾਈ ਤੀਰਥ ਅਤੇ ਭਾਈ ਮੁਕੰਦਾ ਇਹ ਵੱਡੇ ਅਪਾਰ ਗੁਰਸਿੱਖੀ ਵਾਲੇ ਪ੍ਰੇਮੀ ਹੋਏ ਹੈ। ਕਹੋ ਕਿਸਨਾ ਮੋਹ ਜੰਗੀਆ ਸੇਠ ਮੰਗੀਣੇ ਨੂੰ ਬਲਿਹਾਰੀ। ਭਾਈ ਕਿਸ਼ਨਾ ਕਹੋ ਕਿਸਨਾ ਮੋਹ ਜੰਗੀਆ ਸੇਠ ਮੰਗੀਣੇ ਨੂੰ ਬਲਿਹਾਰੀ। ਮੋਹ ਜੰਗੀਆ ਇਹ ਮੁਜੰਗ ਪਿੰਡ ਦਾ ਜੋ ਲਾਹੌਰ ਦੇ ਬਿਲਕੁਲ ਵਿੱਚ ਨੇੜੇ ਹੈ। ਸੋ ਮੁਜੰਗ ਦਾ ਭਾਈ ਕਿਸ਼ਨਾ ਤੇ ਮੰਗੀਣੇ ਪਿੰਡ ਦੀ ਜਿਹੜੀ ਸਿੱਖੀ ਸੇਵਕੀ ਹੈ ਭਾਈ ਗੁਰਦਾਸ ਜੀ ਕਹਿੰਦੇ ਇਹਦੇ ਤੋਂ ਬਲਿਹਾਰ ਜਾਈਏ। ਸਨਮੁਖ ਸੁਨਿਆਰਾ ਭਲਾ ਨਾਉ ਨਿਹਾਲੂ ਸਾ ਪਰਵਾਰੀ। ਇਸੇ ਤਰ੍ਹਾਂ ਭਾਈ ਨਿਹਾਲੂ ਇਹ ਗੁਰੂ ਦੇ ਸਨਮੁਖ ਰਹਿਣ ਵਾਲਾ ਇਹ ਸੁਨਿਆਰ ਭਲਾ ਸਿੱਖ ਸੀ। ਸਹਿਤ ਪਰਿਵਾਰ ਦੇ ਇਹਨਾਂ ਨੇ ਸਿੱਖੀ ਧਾਰਨ ਕੀਤੀ। ਗੁਰਮੁਖ ਸੁਖ ਫਲ ਕਰਨੀ ਸਾਰੀ। ਇਸ ਤਰ੍ਹਾਂ ਗੁਰਮੁਖ ਜਿੰਨੇ ਵੀ ਹਨ ਇਹ ਸਾਰਿਆਂ ਦੀ ਸ੍ਰੇਸ਼ਟ ਕਰਨੀ ਹੈ ਔਰ ਇਹਨਾਂ ਦੀ ਕਰਨੀ ਹੀ ਇਹਨਾਂ ਨੂੰ ਸੁਖ ਫਲ ਦੇਣ ਵਾਲੀ ਹੈ। ਇਹ ਸਾਰੇ ਗੁਰੂ ਕੇ ਪਿਆਰੇ ਸਿੱਖ ਹੋਏ ਹੈ। ਇਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਧਾਰਨ ਕੀਤੀ। ਭਾਈ ਸਾਈਂ ਦਿੱਤਾ ਝੰਜੀਆ ਸੈਦੋ ਜੱਟ ਇਹ ਲਾਹੌਰ ਦੇ ਸਨ। ਅਤੇ ਤੀਸਰੀ ਪਾਤਸ਼ਾਹੀ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਹਜ਼ੂਰ ਨੂੰ ਲਾਹੌਰ ਲੈ ਕੇ ਗਏ ਤਾਂ ਮਹਾਰਾਜ ਨੇ ਇਹਨਾਂ ਦੀ ਭਗਤੀ ਵੇਖ ਕੇ ਨਾ ਪ੍ਰਸੰਨ ਹੋ ਕੇ ਬਚਨ ਕੀਤਾ ਸੀ ਵੀ ਜੋ ਇੱਛਾ ਹੈ ਤੁਹਾਡੀ ਮੰਗੋ। ਤਾਂ ਇਹਨਾਂ ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੀ ਮਹਾਰਾਜ ਇੱਥੇ ਕਸਾਈਪੁਰਾ ਵੇਖ ਕੇ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ ਸੀ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਵੀ ਲਾਹੌਰ ਦੇ ਵਿੱਚ ਇੱਥੇ ਤਾਂ ਬਹੁਤ ਜ਼ਹਿਰ ਕਹਿਰ ਵਰਤਦਾ ਹੈ ਅਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰੋ ਇਸ ਸ਼ਰਾਬ ਤੋਂ ਮੁਕਤੀ ਦਿਵਾਓ। ਅਤੇ ਸਤਿਗੁਰੂ ਅਮਰਦਾਸ ਜੀ ਨੇ ਫਿਰ ਬਚਨ ਕੀਤੇ ਸੀ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਇਹ ਲਾਹੌਰ ਹੁਣ ਸਿਫਤੀ ਦਾ ਘਰ ਬਣ ਗਿਆ ਹੈ ਕਿਉਂਕਿ ਇਸ ਲਾਹੌਰ ਦੇ ਵਿੱਚ ਜਿਨ੍ਹਾਂ ਚੌਥੇ ਥਾਂ 'ਤੇ ਗੁਰਿਆਈ ਦੇ ਵਾਰਿਸ ਬਣਨਾ ਹੈ ਧੰਨ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਹੋ ਚੁੱਕਾ ਹੈ। ਸੋ ਮਹਾਰਾਜ ਨੇ ਇਸ ਤਰ੍ਹਾਂ ਬਖਸ਼ਿਸ਼ ਕੀਤੀ ਸੀ। ਇਹ ਸਾਰੇ ਹੀ ਸਤਿਗੁਰੂ ਦੇ ਪਿਆਰੇ ਸਿੱਖ ਹੋਏ ਹੈ। ਸਤਿਗੁਰੂ ਮਿਹਰ ਕਰਨ ਵਿਚਾਰਾਂ ਕਰਦੇ ਹਾਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਸਨਮੁਖ ਸੁਨਿਆਰਾ ਭਲਾ ਨਾਉ ਨਿਹਾਲੂ ਸਾ ਪਰਵਾਰੀ। ਗੁਰਮੁਖ ਸੁਖ ਫਲ ਕਰਨੀ ਸਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ